ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ, ਜੈ ਮਸੀਹ ਦੀ। ਹਾਂਜੀ ਬ੍ਰਦਰ ਇਕਬਾਲ ਜੀ, ਆਪਾਂ ਟਾਈਪਿੰਗ 'ਤੇ ਸਵਾਲ ਆਪਾਂ ਕੁਛ ਕਰ ਰਹੇ ਹੈਗੇ ਆ ਦੇਣ ਦੇ ਉੱਤੇ, ਗਿਵਿੰਗ 'ਤੇ। ਹਾਂਜੀ, ਪਰਮੇਸ਼ਰ ਨੂੰ ਦੇਣ ਦੇ ਲਈ ਇਕੱਲਾ ਟਾਈਪਿੰਗ ਹੀ ਨਹੀਂ, ਦੇਣ ਦੇ ਉੱਪਰ ਹੈ ਨਾ। ਅਤੇ ਆਪਾਂ ਜੀ ਇੱਕ ਸਵਾਲ ਇਹ ਵੀ ਆਇਆ ਹੈਗਾ ਜੀ ਵੀ ਜਿਹੜਾ ਦਿੰਦੇ ਹੈਗੇ ਆ ਉਹ ਗਰੋਸ 'ਤੇ ਦੇਣਾ ਚਾਹੀਦਾ ਜਾਂ ਨੈੱਟ 'ਤੇ ਦੇਣਾ ਚਾਹੀਦਾ ਹੈ ਨਾ। ਅਤੇ ਕਿਉਂਕਿ ਇੱਕ ਹੁੰਦੀ ਹੈਗੀ ਆ ਗਰੋਸ ਇਨਕਮ ਜਿਹੜੀ ਹੁੰਦੀ ਆਪਣੇ ਉਹਦੇ 'ਚ ਟੈਕਸ ਤੋਂ ਪਹਿਲਾਂ। ਹਾਂਜੀ, ਅਤੇ ਫਿਰ ਹੁੰਦੀ ਆ ਜਿਹੜੇ ਆਪਣੇ ਫਿਰ ਟੈਕਸ ਕੱਟ ਕੇ ਜਿਹੜੇ ਆਪਾਂ ਘਰ ਲੈ ਕੇ ਆਉਂਦੇ ਆ ਉਹ ਹੁੰਦੀ ਆ ਕਿਹਦੇ 'ਤੇ ਦੇਣਾ ਚਾਹੀਦਾ। ਹਾਂਜੀ, ਹਾਲੇਲੂਇਆ, ਪ੍ਰੇਜ਼ ਦਾ ਲਾਰਡ। ਉਹ ਗੱਲ ਇਹ ਹੈ ਜੀ ਕਿ ਇੱਕ ਵਰਸ ਤੁਸੀਂ ਪੜ੍ਹ ਦਿਓ। ਹਾਂਜੀ, ਮਰਕਸ 12:17 ਦੇ ਵਿੱਚ। 12:17। ਹਾਂ, ਮਾਰਕ ਚੈਪਟਰ 12 ਵਰਸ 17 ਜੀ, ਇਹਨੂੰ ਦੇਖਣਾ। ਓਕੇ ਜੀ, ਮਾਰਕ 12:17 ਜੀ। ਅੱਜ ਮੈਂ ਬਾਈਬਲ ਹੋਰ ਲੈ ਕੇ ਆਇਆ ਜੀ। ਠੀਕ ਹੈ, ਕੋਈ ਇਹਦੇ ਸਾਡੇ ਜੁੜੇ ਹੋਆ। ਹਾਂਜੀ, ਅਤੇ ਨਵੀਂ ਓਕੇ ਮਾਰਕਸ 12:17 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। ਤਦ ਯਿਸੂ ਨੇ ਉਹਨਾਂ ਨੂੰ ਕਿਹਾ, ਜਿਹੜੀਆਂ ਚੀਜ਼ਾਂ ਕੇਸਰ ਦੀਆਂ ਹਨ ਤੂੰ ਕੇਸਰ ਨੂੰ ਦਿਓ, ਅਤੇ ਜਿਹੜੀਆਂ ਪਰਮੇਸ਼ਰ ਦੀਆਂ ਹਨ ਸੋ ਪਰਮੇਸ਼ਰ ਨੂੰ ਦਿਓ। ਤਾਂ ਉਹ ਉਸ ਤੋਂ ਬਹੁਤ ਹੈਰਾਨ ਹੋਏ। ਹਾਂਜੀ, ਉਹ ਪਹਿਲੇ ਸਵਾਲ ਦੇ ਵਿੱਚ ਲਿਖਿਆ ਸੀਗਾ। ਸੋ ਮਤਲਬ ਉਹ ਕਹਿੰਦੇ ਹੈਗੇ ਆ ਸੋ ਜਜ਼ੀਆ ਦੇਣਾ ਕੈਸਰ ਨੂੰ ਜਾਇਜ਼ ਹੈ ਕਿ ਨਹੀਂ। ਹਾਂ, ਹਾਂਜੀ ਹਾਂਜੀ, ਉਹ ਕਹਿੰਦੇ ਸੀਗੇ। ਹਾਂਜੀ, ਮਤਲਬ ਟੈਕਸ ਦੇਣਾ। ਦੇਖੋ ਜੀ, ਇਸ ਵਰਸ ਤੋਂ ਇਹ ਪਤਾ ਲੱਗ ਰਿਹਾ ਹੈ ਜੋ ਕੈਸਰ ਜਾਂ ਕੈਸਰ ਮੀਨਸ ਜਿਸ ਉਸ ਜਗ੍ਹਾ ਦਾ ਉਹ ਬਾਦਸ਼ਾਹ, ਗੌਰਮੈਂਟ ਨੂੰ ਜਿਹੜਾ ਟੈਕਸ, ਜੋ ਗੌਰਮੈਂਟ ਦਾ ਉਹਨੂੰ ਦੇਣ ਦਿਓ। ਫਿਰ ਜਿਹੜਾ ਆਉਂਦਾ ਹੈ ਪੈਸਾ, ਉਹਦੇ ਲਈ ਤੁਸੀਂ ਕੀ ਕਰੋਗੇ? ਉਹਦੇ ਲਈ ਕਰੋਗੇ ਕਹਾਵਤਾਂ, ਪ੍ਰੋਵਰਬਸ, ਇਹ ਮਿਸਾਲ 3:9 ਤੇ 10 ਦੇ ਮੁਤਾਬਿਕ ਉਹ ਜੋ ਤੁਹਾਡੇ ਕੋਲ ਆ ਗਿਆ, ਠੀਕ ਹੈ, ਉਹਦਾ 10ਵਾਂ ਹਿੱਸਾ ਦੇਣਾ ਚਾਹੀਦਾ ਹੈ। ਠੀਕ ਹੈ। ਪ੍ਰੋਵਰਬ ਪੜ੍ਹਨਾ ਜੀ, ਪੜ੍ਹ ਦਿਓ। ਅੱਛਾ, ਹਾਂਜੀ, ਪ੍ਰੋਵਰਬਸ ਕਹਾਵਤਾਂ 9:10 ਤੇ 11 ਵਿੱਚ ਲਿਖਿਆ ਹੈ। 3 ਦੀ 9 ਤੇ 10। ਹਾਂ, ਸੌਰੀ, 3 ਦੀ, ਬਿਲਕੁਲ। ਹਾਂ, ਸੌਰੀ, ਓਕੇ ਜੀ। ਹਾਂ, 3:9 ਤੇ 10 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਆਪਣਾ ਮਾਲ, ਆਪਣਾ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ ਯਹੋਵਾ ਨੂੰ ਦੀ ਮਹਿਮਾ ਕਰ। ਹਾਂਜੀ ਜੀ, ਹਾਂਜੀ, ਤਾਂ ਤੇਰੇ ਖੱਤੇ ਪੈਦਾਵਾਰ ਨਾਲ ਪੂਰੇ ਭਰੇ ਰਹਿਣਗੇ, ਅਤੇ ਤੇਰੇ ਦਾਖਾਂ ਦੇ ਵੇਲਣੇ ਨਵੇਂ ਰਸ ਨਾਲ ਛਣਕਣਗੇ। ਹਾਂਜੀ, ਸੋ ਜੋ ਆ ਰਹੀ ਹੈ, ਜਿਹੜਾ ਗੌਰਮੈਂਟ ਦਾ ਗੌਰਮੈਂਟ ਨੂੰ ਦੇਣ ਦਿਓ। ਜਿਹੜਾ ਆ ਰਿਹਾ ਹੈ, ਅਗਰ ਉਹਦੇ ਵਿੱਚੋਂ ਦਸਵੰਧ ਦਿਓਗੇ ਤੇ ਬਾਕੀ ਖੱਤੇ ਭਰੇ ਜਾਣਗੇ। ਤੇ ਇਹ ਇੱਕ ਸਮਝ ਨਹੀਂ ਆ ਰਹੀ, ਕਿਉਂਕਿ ਅਸੀਂ ਸੋਚਦੇ ਹਾਂ ਜੀ ਫਲਾਣੇ ਬਿੱਲ, ਫਲਾਣੇ ਬਿੱਲ, ਫਲਾਣੇ ਬਿੱਲ, ਫਲਾਣੇ ਬਿੱਲ, ਫਲਾਣਾ ਖਰਚਾ ਇਹਦਾ ਨਾ। ਜਦੋਂ ਅਸੀਂ ਇਹ ਕਰਨੇ ਆ ਤੇ ਵਚਨ ਕੀ ਕਹਿ ਰਿਹਾ ਕਿ ਤੇਰੇ ਖੱਤੇ ਭਰ ਜਾਣਗੇ। ਇਹ ਹੀ ਤੇ ਇੱਕ ਸੁਪਰ ਨੈਚੁਰਲ ਕੰਮ ਹੋ ਜਾਂਦਾ ਹੈ। ਇਹ ਲਾਲਚ ਦੀ ਗੱਲ ਨਹੀਂ, ਇਹ ਤੇ ਇੱਕ ਵਚਨ ਹੀ ਦੱਸਿਆ ਹੈ ਕਿ ਜੋ ਆਇਆ ਉਹਦੇ ਵਿੱਚੋਂ ਨਵੀਂ ਆਇਤ ਪੜ੍ਹਿਓ ਜ਼ਰਾ, ਮਿਸਾਲ ਪ੍ਰੋਵਰਬਸ 3:9 ਆਏ। ਹਾਂ, 3:9 ਵਿੱਚ ਲਿਖਿਆ, ਆਪਣਾ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ ਯਹੋਵਾ ਦੀ ਮਹਿਮਾ ਕਰ। ਹਾਂ, ਮਤਲਬ ਇਹ ਹੋ ਗਿਆ ਕਿ ਪਹਿਲਾ ਤੁਸੀਂ ਆਂਦਾ ਹੈ ਤੇ ਦਸਵੰਧ ਰੱਬ ਨੂੰ ਪਹਿਲੇ ਦੇ ਦਿਓ। ਹਾਂਜੀ, ਅਤੇ ਮਤਲਬ ਇੱਥੇ ਲਿਖਿਆ ਜੀ ਆਪਣੇ ਪਹਿਲੇ ਫਲ ਦੇ ਨਾਲ, ਕਮਾਈ ਦੇ ਨਾਲ ਯਹੋਵਾ ਦੀ ਮਹਿਮਾ ਕਰ। ਮਤਲਬ ਯਹੋਵਾ ਦੀ ਮਹਿਮਾ ਕਰਨ ਦਾ ਕੋਈ ਵੀ ਤਰੀਕਾ ਹੈ ਕਿ ਜਦੋਂ ਅਸੀਂ ਆਪਣਾ ਕਮਾਈ ਦੇ ਵਿੱਚੋਂ ਹਿੱਸਾ ਕੁਛ ਨਾ ਕੁਛ ਦਿੰਦੇ ਹਾਂ, ਚੜਾਉਂਦੇ ਹਾਂ, ਉਸ ਨਾਲ ਆਪਾਂ ਉਹਦੀ ਮਹਿਮਾ ਕਰਦੇ। ਇੱਕ ਵਰਸ਼ਿਪ ਦਾ ਤਰੀਕਾ ਹੈ, ਵਰਸ਼ਿਪ ਦਾ ਆਗਿਆਕਾਰੀ ਦਾ ਤਰੀਕਾ ਹੈ। ਔਰ ਦੂਜਾ, ਰੱਬ ਨੇ ਕਿਹਾ ਹੈ ਕਿ ਇਹਦੇ ਕੋਲ ਇਹ ਹੀ ਚੀਜ਼ ਕਰਕੇ ਮੈਨੂੰ ਅਜ਼ਮਾ ਲੈ। ਹਾਂ, ਕਿ ਮੈਂ ਤੇਰੇ ਉੱਤੇ ਅਸਮਾਨ ਦੇ ਖਿੜਕੀਆਂ ਦਰਵਾਜ਼ੇ ਖੋਲ੍ਹ ਕੇ ਇੰਨੀ ਬਰਕਤ ਬਰਸਾਵਾਂਗਾ ਕਿ ਤੇਰੇ ਕੋਲ ਰੱਖਣ ਦੀ ਜਗ੍ਹਾ ਨਹੀਂ ਹੋਏਗੀ। ਜੇ ਅਸੀਂ ਇੱਕ ਆਗਿਆਕਾਰੀ 'ਚ ਆ ਜਾਂਦੇ ਹਾਂ, ਬਾਕੀ ਜਿਹੜਾ ਹੈ ਉਹ ਟੇਕ ਕੇਅਰ। ਦੇਖੋ, ਅਸੀਂ ਓਵਰ ਗਿਵ ਨਹੀਂ ਕਹਿ ਸਕਦੇ ਜੀ, ਅਸਾਂ ਵੱਧ ਦੇ ਦਿੱਤਾ, ਉਹ ਨਹੀਂ ਕਰ ਸਕਦੇ। ਕਿਉਂਕਿ ਦੇਖੋ ਜੀ, ਜਿਹੜਾ ਪਰਮੇਸ਼ਰ ਦੇ ਘਰ ਬੀਜਦੇ ਹੈਗੇ ਆ, ਉਹ ਉਗਣਾ, ਉਹਨੇ ਫਲ ਤਾਂ ਦੇਣਾ ਹੀ ਹੈ।
ਇਸ ਲਈ ਇਹ ਇੱਕ ਅਜ਼ਮਾ ਕੇ, ਉਹ ਕਹਿੰਦਾ ਹੈ ਮੈਨੂੰ ਪਤਾ ਹੈ ਤੁਸੀਂ ਡਰਦੇ ਹੋ, ਅਜ਼ਮਾ ਕੇ ਦੇਖੋ, ਮੇਰਾ ਅਜ਼ਮਾਇਸ਼ ਕਰ ਲਓ। ਇਹ ਬੜੀ ਵੱਡੀ ਗੱਲ ਹੈ ਤੇ ਸਾਨੂੰ ਸਾਰਿਆਂ ਨੂੰ ਚੈਲੰਜ ਦਿੱਤਾ ਹੈ ਤੇ ਚਲੋ ਕਰਕੇ। ਲੇਕਿਨ ਇੱਕ ਗੱਲ ਯਾਦ ਰੱਖਣਾ, ਬੀਜਣੇ ਦਾ ਇੱਕ ਟਾਈਮ ਹੁੰਦਾ ਹੈ। ਮਿਸਾਲ ਦੇ ਤੌਰ ਤੇ ਕਿ ਕਿਸਾਨ ਜਿਹੜਾ ਹੁੰਦਾ ਹੈ, ਫਾਰਮਰ, ਉਹ ਬੀਜ ਕੇ ਦੂਜੇ ਦਿਨ ਨਹੀਂ ਖਲੋ ਜਾਂਦਾ ਕਿ ਜੀ ਮੈਨੂੰ ਫਸਲ ਮਿਲ ਜਾਏ। ਬੀਜਣੇ ਦਾ ਇੱਕ ਟਾਈਮ ਹੈ, ਕਟਾਈ ਦਾ ਇੱਕ ਸੀਜ਼ਨ ਹੈ। ਬੀਜਣੇ ਦਾ ਸੀਜ਼ਨ ਹੈ, ਕਟਾਈ ਦਾ ਇੱਕ ਸੀਜ਼ਨ ਹੈ। ਲਿਹਾਜ਼ਾ ਬਾਜ਼ਗਾਤ ਅਸੀਂ ਕਹਿੰਦੇ ਆ ਇਹ ਲਓ ਜੀ, ਲਾਲਚ ਦੀ ਗੱਲ ਨਹੀਂ ਗੀ, ਅਸੀਂ ਉਸ ਬੀਜ ਨੂੰ ਦੇ ਤੇ ਦਿੰਦੇ ਹਾਂ ਤੇ ਫੌਰਨ ਹੀ ਕਹਿੰਦੇ ਆ ਉਹ ਯਾਰ ਇਹ ਕੀ ਹੋ ਗਿਆ, ਕਿਉਂਕਿ ਉਹ ਬੀਜ ਜਿਹੜਾ ਹੈ ਫਲਦਾਰ ਹੋਏਗਾ ਔਰ ਕਟਾਈ ਦਾ ਇੱਕ ਮੌਸਮ ਜਦੋਂ ਆਏਗਾ ਉਦੋਂ ਮਿਲਦਾ। ਠੀਕ ਹੈ ਜੀ, ਬਿਲਕੁਲ। ਇਹ ਵੀ ਜੇ ਆਪਾਂ ਜਿੱਦਾਂ ਹੁਣ ਆਪਾਂ ਪੜ੍ਹਿਆ ਨਾ, ਪਹਿਲੇ ਫਲ ਦੇ ਨਾਲ ਦੇ ਕੇ ਯਹੋਵਾ ਨੂੰ ਉਹਦੀ ਮਹਿਮਾ ਕਰ। ਜੇ ਅਸੀਂ ਇਹ ਨਹੀਂ ਦੇ ਰਹੇ ਹੈਗੇ ਹੈ ਨਾ, ਤੇ ਸਾਡੀ ਜਿਹੜੀ ਪਰਮੇਸ਼ਰ ਦੀ ਵਰਸ਼ਿਪ ਆ, ਜੋ ਮਹਿਮਾ ਆ, ਉਹਦੇ ਵਿੱਚ ਸਾਡੀ ਕਮੀ ਆ, ਅਸੀਂ ਪੂਰੀ ਤਰ੍ਹਾਂ ਨਹੀਂ ਕਰ ਰਹੇ ਹੈਗੇ। ਇੱਕ ਪਰਮੇਸ਼ਰ ਦੀ ਮਹਿਮਾ ਦਾ, ਉਹਦੀ ਵਰਸ਼ਿਪ ਦਾ ਇੱਕ ਇਹ ਵੀ ਤਰੀਕਾ ਹੈ। ਅਸੀਂ ਜੇ ਨਹੀਂ ਦੇ ਰਹੇ ਤਾਂ ਅਸੀਂ ਸਾਡੀ ਮਹਿਮਾ ਵਰਸ਼ਿਪ ਅਧੂਰੀ ਹੈ। ਬਿਲਕੁਲ, ਆ ਵੀ ਇੱਕ ਤਰੀਕਾ ਹੈ। ਉੱਦਾਂ ਹੀ ਗੱਲ ਖਾਲੀ ਹੱਥ ਚੱਕ ਕੇ ਕਰਨੀ ਠੀਕ ਹੈ, ਚੰਗੀ ਗੱਲ ਆ, ਪਰ ਨਾਲ ਸੈਕਰੀਫਿਸ਼ੀਅਲੀ ਆਪਣੇ ਆਪ ਨੂੰ, ਇਹ ਵੀ ਸੈਕਰੀਫਾਈਸ ਤੁਸੀਂ ਪੰਜਾਬੀ 'ਚ ਕੀ ਕਹਿੰਦੇ ਸੀਗੇ ਜੀ? ਮਤਲਬ ਆਪਣੇ ਆਪ ਨੂੰ ਕੁਰਬਾਨੀ ਦੇ ਤੌਰ 'ਤੇ ਦੇਣੀ ਪੈਂਦੀ ਹੈ। ਬਿਲਕੁਲ ਹਾਂ, ਤੇ ਹਾਂਜੀ। ਸੋ ਲਿਹਾਜ਼ਾ ਗੱਲ ਇਹ ਹੈ ਕਿ ਜੋ ਟੈਕਸ ਕਰਕੇ ਆ ਰਿਹਾ ਉਹਦੇ ਤੇ ਦੇ ਦਿਓ ਤੇ ਬਾਕੀ ਦੀ ਫਿਕਰ ਨਾ ਕਰੋ, ਉੱਥੇ ਹੀ ਤੇ ਚਮਤਕਾਰ ਹੋਣਾ। ਹਾਂਜੀ। ਹਾਂ, ਜਦੋਂ ਤੁਸੀਂ ਦਾਇਕੀ ਦਿੰਦੇ ਉਹਨੂੰ ਹੱਥ 'ਚ ਫੜੋ, ਰੱਬ ਨੂੰ ਕਹੋ ਕਿ ਰੱਬ ਤੇਰੇ ਕਹਿਣ ਦੇ ਮੁਤਾਬਿਕ ਮੈਂ ਦੇ ਰਿਹਾ ਔਰ ਇਹ ਤੈਨੂੰ ਮੈਂ ਦੇ ਰਿਹਾ, ਇਹ ਲੈ ਲੈ। ਔਰ ਜ਼ਾਹਿਰ ਹੈ ਕਿ ਉਹਨੇ ਖੱਤੇ ਭਰਨੇ ਹੀ ਨੇ, ਲੇਕਿਨ ਐਵੇਂ ਨਾ ਜਲਦ ਕਰ ਦਈਏ ਕਿ ਜੀ ਦਿੱਤੇ ਨੇ ਤਾਂ ਹੁਣੇ ਹੀ ਚਮਤਕਾਰ। ਉਹਨੂੰ ਪੈਦਾਵਾਰ ਵਿੱਚ ਆਉਣ ਦਿਓ ਤੇ ਫਿਰ ਸੀਜ਼ਨ ਮਿਲੇਗਾ ਤੇ ਉਹਦੇ ਵਿੱਚ ਸਾਨੂੰ ਮਿਲ ਜਾਣਗੇ। ਜੀ ਸਰ। ਹਾਂਜੀ, ਫਿਰ ਇੱਕ ਚੀਜ਼ ਹੋਰ, ਇਹ ਛੋਟੇ ਸਵਾਲ ਹੈ ਆਪਣੇ ਕੋਲ। ਹਾਂਜੀ ਬਿਲਕੁਲ, ਅੱਛਾ। ਤੇ ਇੱਕ ਹੋਰ ਹੈ ਜੀ, ਅਗਰ ਕੋਈ ਘਰ ਵੇਚਦਾ ਆ, ਘਰ ਉਹਨੇ ਬਾਏ ਕੀਤਾ, ਬਣਾਇਆ, ਜਾਂ ਫਿਰ ਉਹਨੇ ਵੇਚ ਦਿੱਤਾ, ਉਹਦਾ ਪ੍ਰੋਫਿਟ ਹੋਇਆ, ਜੋ ਵੀ ਕਿੱਦਾਂ ਹੋਇਆ, ਤੇ ਉਹ ਫਿਰ ਕਿੱਦਾਂ ਦੇਵੇ, ਕਾਹਦੇ ਵਿੱਚੋਂ ਦੇਵੇ ਉਹਨੂੰ? ਕੀ ਜੇ ਸਪੋਜ਼ ਕਿਸੇ ਦਾ ਕੰਮ ਹੀ ਇਹ ਆ। ਹਾਂਜੀ, ਤੇ ਅੱਛਾ ਜੀ, ਦੇਖੋ ਇੱਕ ਗੱਲ ਕਿ ਫਰਜ਼ ਕੀਤਾ ਕਿਸੇ ਬੰਦੇ ਨੇ ਇੱਕ ਪਲਾਟ ਲੈ ਲਿਆ, ਕਿੰਨੇ ਦਾ ਕੋਈ ਕਰ ਲਓ, ਚਲੋ 1 ਲੱਖ ਦਾ। 1 ਲੱਖ ਤੋਂ ਲੈ ਲਿਆ। 1 ਲੱਖ ਦਾ ਮਿਲਦਾ ਤਾਂ ਹੈ ਨਹੀਂ, 10 ਲੱਖ ਲੱਗਦੇ ਮਿਲਦੇ, ਮਿਲਦੇ। ਅੱਛਾ ਜੀ, ਚਲੋ 10 ਲੱਖ ਕਰ ਲਓ। ਚਲੋ 10 ਲੱਖ ਦਾ ਪਲਾਟ ਲੈ ਲਿਆ, ਉਹਨੇ ਉਹਦੇ ਤੇ 5 ਲੱਖ ਲਾ ਕੇ ਉਹਨੂੰ ਬਣਾਇਆ। ਹਾਂ ਬਿਲਕੁਲ, ਇੰਨੇ ਦਾ ਬਣਾਇਆ। ਹੁਣ ਕੀ ਹੈ? 15 ਇਹਦਾ ਮਤਲਬ ਇਹ ਹੋ ਗਿਆ 15 ਲੱਖ। ਇਹ ਹੀ ਸਮਝੇ ਉਹ ਬੰਦਾ ਕਿ ਮੈਂ 15 ਲੱਖ ਦਾ ਮਕਾਨ ਖਰੀਦਿਆ। ਬਿਲਕੁਲ। ਹੁਣ ਖਰੀਦ ਕੇ ਮਤਲਬ ਉਹਦੇ ਤੇ ਖਰਚਾ ਹੋਇਆ, ਉਹਨੂੰ 15 ਲੱਖ 'ਚ ਪਿਆ। 15 ਲੱਖ 'ਚ ਇਹ ਸਮਝੇ ਮੈਂ 15 ਲੱਖ 'ਚ ਆ। ਅੱਗੇ ਜਾ ਕੇ ਉਹ 20 ਦਾ ਵੇਚ ਦਿੰਦਾ। ਹਾਂ, 20 ਦਾ ਵੇਚ ਤੇ ਉਹਨੂੰ 5 ਲੱਖ ਮੁਨਾਫਾ ਤੇ 5 ਲੱਖ ਉੱਤੇ ਦੇ ਦੇਵੇ। ਹਾਂ, 5 ਲੱਖ ਜਿਹੜਾ ਮੁਨਾਫਾ ਹੋਇਆ ਉਹਦੇ ਤੇ ਉਹ ਆਪਣਾ 10ਵਾਂ ਹਿੱਸਾ ਜੇ ਹੋ ਗਿਆ, ਉਹ ਮਤਲਬ ਉਹ ਦੇ ਦੇ, ਉਹ 50,000 ਹੋ ਜਾਏਗਾ ਨਾ। 50,000 ਪ੍ਰੋਫਿਟ। ਸਿੱਧੀ ਗੱਲ ਹੈ। ਹਾਂਜੀ, ਠੀਕ ਹੈ। ਬਿਲਕੁਲ। ਹੁਣ ਇਹ ਨਹੀਂ ਕਿ 1 ਲੱਖ ਦਾ ਲਿਆ ਤੇ 20 ਲੱਖ ਦਾ ਵੇਚਿਆ ਤੇ ਫਿਰ ਬੰਦਾ ਕਹੇ ਹੁਣ ਇੰਨਾ ਨਹੀਂ, ਜਿਹੜਾ ਉਹਦੀ ਕੀਮਤੇ ਖਰੀਦ ਹੈ, ਬਾਇੰਗ ਕਾਸਟ, ਉਹ ਹੀ ਬਣ ਜਾਂਦੀ ਹੈ ਜੀ। ਇਹਨੂੰ ਮੈਂ ਲਿਆ, ਮਿਹਨਤ ਕੀਤੀ, ਸਾਰਾ ਕੁਝ ਬਣਾਇਆ ਤੇ ਉਹਦੇ ਤੇ ਜਿਹੜਾ ਖਰਚਾ ਆਇਆ ਉਹ ਐਵੇਂ। ਹਾਂਜੀ, ਤੇ ਸਿੱਧੀ ਇਹ ਤੇ ਇਹਦੇ 'ਚ ਕੋਈ ਗੱਲ ਨਹੀਂ। ਠੀਕ ਹੈ। ਇਸ ਲਈ ਅਸੀਂ ਕੋਈ ਰੱਬ ਨੂੰ ਜ਼ਿਆਦਾ ਨਹੀਂ ਦੇਣ ਦੇ, ਉਹਦੇ ਦਿੱਤੇ ਵਿੱਚੋਂ ਹੀ ਉਹਨੂੰ ਦੇ। ਹਾਲੇਲੂਇਆ। ਹਾਂਜੀ, ਤੇ ਇੱਕ ਹੋਰ ਹੈ ਜੀ, ਅਗਰ ਜਿਹੜਾ ਚਰਚ ਹੈ ਉਹ ਟਾਈਦਿੰਗ ਦੇ ਉੱਪਰ ਸੇਮ ਪੇਜ ਤੇ ਨਾ ਹੋਵੇ, ਕੁਛ ਲੋਕ ਕਹਿਣ ਟਾਈਦਿੰਗ ਆਪਣਾ ਜਾਂ ਦੇਣਾ ਚਾਹੀਦਾ, ਕੁਛ ਕਵੇ ਜੇ ਮੈਂ ਨਾ ਦੇਵਾਂ, ਜੇ ਆਪਾਂ ਨਾ ਦੇਵੇ ਜ਼ਰੂਰਤ ਨਹੀਂ ਹੈਗੀ, ਜਾਂ ਵੱਖਰੇ ਵਿਚਾਰ। ਸਾਰੇ ਚਰਚ ਦੁਨੀਆ ਦੇ ਵਿੱਚ ਉਹ ਜਿਹੜੀ ਚਰਚ ਨੂੰ ਇਨਕਮ ਹੁੰਦੀ ਆ। ਹਾਂਜੀ, ਤੇ ਪਹਿਲੀ ਗੱਲ ਤਾਂ ਹੈਗੀ ਜੀ ਕਿ ਚਰਚ ਨੂੰ ਜਿਹੜੀ ਇਨਕਮ ਹੁੰਦੀ ਆ, ਚਰਚ ਨੂੰ ਲੋਕੀ ਦਿੰਦੇ ਆ, ਪੈਸੇ ਦਿੰਦੇ ਨਾ ਚਰਚ ਨੂੰ, ਉਹ ਚਰਚ ਨੂੰ ਵੀ ਦੇਣੇ ਚਾਹੀਦੇ ਅੱਗੇ। ਦੇਖੋ ਜੀ, ਇੱਕ ਅਸੂਲ ਸਿੱਧਾ ਕਿ
ਪੁਰਾਣੇ ਜ਼ਮਾਨੇ 'ਚ ਲਾਵੀਆਂ ਦਾ ਸ਼ਹਿਰ ਤੇ ਪਰਮੇਸ਼ਵਰ ਦਾ ਘਰ ਸੀ। ਹੈਕਲ ਇੱਕੋ ਹੀ ਸੀ, ਯਰੂਸ਼ਲਮ, ਠੀਕ ਹੈ। ਔਰ ਉਹਦੇ ਵਿੱਚ ਲਾਵੀ ਹੁੰਦੇ ਸਨ, ਲੇਵੀ, ਠੀਕ ਹੈ, ਠੀਕ ਹੈ, ਲਾਵੀ ਹੁੰਦੇ ਸਨ, ਠੀਕ ਹੈ। ਹੁਣ ਗੱਲ ਤੇ ਇਹ ਵੇ ਕਿ ਲੇਕਿਨ ਸਾਲ ਦੇ ਵਿੱਚ ਇੱਕ ਵਾਰੀ ਉਹ ਯਰੂਸ਼ਲਮ ਵਿੱਚ ਸੀ, ਯਹੂਦੀਆ ਦੇ ਇਲਾਕੇ ਵਿੱਚ। ਹੁਣ ਹਰ ਸਾਲ ਲੋਕ ਉੱਥੇ ਤੇ ਨਹੀਂ ਸਨ ਜਾਂਦੇ, ਉਹ ਸਿਨੇਗੋਗ ਹੁੰਦੇ ਸਨ, ਮਤਲਬ ਇਹ ਇਬਾਦਤ ਖਾਨੇ। ਅਗਰ ਦੇਖਿਆ ਜਾਏ, ਤੁਸੀਂ ਹੁਣ ਪਿਛਲੀ ਗੱਲ ਦੇਖੀਏ ਤੇ 480 ਯਰੂਸ਼ਲਮ ਦੇ ਇਰਦ ਗਿਰਦ ਬਸਤੀਆਂ ਦੇ ਵਿੱਚ ਵੀ ਸਿਨੇਗੋਗ ਹੁੰਦੇ ਸਨ, ਜਿੱਥੇ ਉਹ ਇਬਾਦਤ ਕਰਦੇ ਸਨ। ਔਰ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰੀ ਸੀ ਕਿ ਉਹ ਉੱਥੇ ਜਾਣ, ਮੰਦਰ ਹੈਕਲ ਜਿਹੜੀ ਵੀ ਹੈ। ਹਾਂਜੀ। ਸੋ ਮੌਜੂਦਾ ਦੌਰ ਦੇ ਵਿੱਚ 70 AD ਦੇ ਵਿੱਚ, 70 AD ਦਾ ਸਮਝਿਓ ਕਿ ਖੁਦਾਵੰਦ ਯਿਸੂ ਮਸੀਹ ਜਦੋਂ ਪੈਦਾ ਹੋਏ 70 ਸਾਲ ਤੋਂ ਬਾਅਦ, 70 ਸਾਲ ਬਾਅਦ ਉਹ ਹੈਕਲ ਜਿਹੜੀ ਸੀ ਉਹ ਤੇ ਤਬਾਹ ਹੋ ਗਈ। ਰੋਮਨ ਇੱਕ ਜਰਨੈਲ ਸੀ ਟਾਈਟਸ, ਉਹਨੇ ਉਹਨੂੰ ਖਤਮ ਕਰ ਦਿੱਤਾ। ਹੁਣ ਕੀ ਹੋ ਗਿਆ? ਹੁਣ ਲੋਕ ਕਿੱਥੇ ਇਬਾਦਤ ਕਰਦੇ ਸਨ? ਉਹ ਸਿਨੇਗੋਗ ਨਹੀਂ ਕਰਦੇ ਸਨ। ਯਾਨੀ ਇੱਕ ਸਿਨੇਗੋਗ ਦਾ ਮਤਲਬ ਹੈ ਇਬਾਦਤ ਗਾਣਾ। ਸੁਨੇਗੋਗ ਜਿਹੜਾ ਹੈ ਨਾ, ਸੁਨੇਗਾਗੋ ਲਫ਼ਜ਼ ਹੈ। ਹੁਣ ਸੁਨੇ ਦਾ ਮਤਲਬ ਹੁੰਦਾ ਸੀ ਲੋਕਾਂ ਨੂੰ ਇਕੱਠਿਆਂ ਕਰਨਾ, ਗਾਗੇ ਦਾ ਮਤਲਬ ਹੁੰਦਾ ਸੀ ਕਿ ਉਹਨਾਂ ਨੂੰ ਇੱਕ ਅਸੈਂਬਲੀ ਦੇ ਵਿੱਚ ਲੈਣਾ, ਉਹ ਸੀ। ਹੁਣ ਸਿਨੇਗੋਗ ਦੇ ਵਿੱਚ ਕੀ ਹੁੰਦਾ ਸੀ? ਇਸ ਲਈ ਮੈਂ ਦੱਸ ਰਿਹਾ ਕਿ ਉਹ ਉੱਥੇ ਜਾਂਦੇ ਸਨ। ਖੁਦਾਵੰਦ ਯਿਸੂ ਮਸੀਹ ਨੇ ਇਹਨਾਂ ਸਿਨੇਗੋਗਸ ਦੇ ਵਿੱਚ ਹੀ ਤਾਲੀਮ ਪਾਈ। ਉਹਦੇ 'ਚ ਹੁੰਦਾ ਕੀ ਸੀ? ਟੀਚਿੰਗ ਦਿੰਦੇ ਸਨ, ਉਹਨਾਂ ਦੀ ਇੰਟਰਪ੍ਰੀਟੇਸ਼ਨ ਤਾਲੀਮ ਦਿੱਤੀ। ਹਾਂਜੀ, ਹਾਂ। ਔਰ ਉੱਥੇ ਕੋਈ ਮਿਊਜ਼ਿਕ ਨਹੀਂ ਸੀ ਹੁੰਦਾ, ਕੋਈ ਕੁਰਬਾਨੀਆਂ ਨਹੀਂ ਸਨ ਚੜ੍ਹਦੀਆਂ। ਲੇਕਿਨ ਉੱਥੇ ਸਿਨੇਗੋਗ ਦੇ ਲਈ ਇੱਕ ਅਸੂਲ ਹੈਗਾ ਯਹੂਦੀਆਂ ਦਾ, ਔਰ ਹੈਗਾ ਸੀ ਕਿ 10 ਲੋਕ ਉਹ ਸਮਝਦੇ ਸਨ ਅਸੀਂ ਇਹਦਾ ਖਰਚਾ ਚਲਾ ਲਾਂਗੇ, ਠੀਕ ਹੈ। ਹੁਣ ਉਹ ਐਲਡਰਸ ਰੱਖਦੇ ਸਨ, ਮਿਨੀਮਮ ਲੋਕਾਂ ਦੀ ਤਾਦਾਦ ਦੇ ਮੁਤਾਬਿਕ 3, ਲੇਕਿਨ ਮੈਕਸੀਮਮ 13 ਲੋਕ ਆਫੀਸਰਸ ਮਿਲਾ ਕੇ ਹੁੰਦੇ ਸਨ। ਹੁਣ ਉਹ ਉੱਥੇ ਲੋਕ ਲਾਜ਼ਮੀ ਗੱਲ ਹੈ ਉੱਥੇ ਵੀ ਦਿੰਦੇ ਸਨ, ਉਹਨੂੰ ਗਿਵਿੰਗਸ ਕਹਿ ਲਓ ਜਾਂ ਜੋ ਕਹਿ ਲਓ, ਠੀਕ ਹੈ। ਔਰ ਇਸੇ ਤਰੀਕੇ ਨਾਲ ਇਹ ਹੁਣ 3 ਤਰੀਕਿਆਂ ਦਾ, ਲਾਵੀਆਂ ਦੀ ਵੀ ਇੱਕ ਹੈਗੀ ਹੈ ਦਾਇਕੀ, ਹਾਂਜੀ, ਠੀਕ ਹੈ। ਹੁਣ ਲਾਵੀਆਂ ਦੀ ਦਾਇਕੀ ਜਿਹੜੀ ਹੈ ਨਾ, ਉਹਦੇ ਵਿੱਚ ਉਹ ਇਹ ਸੀ ਕਿ ਚੂੰਕਿ ਉਹਨਾਂ ਨੂੰ ਵੀ 10ਵਾਂ ਹਿੱਸਾ ਮਿਲਦਾ ਸੀ। ਹਾਂਜੀ, ਠੀਕ ਹੈ। ਤੁਹਾਡਾ ਮਤਲਬ ਵੀ ਆਪਾਂ, ਮੇਰਾ ਸਵਾਲ ਇਹ ਸੀਗਾ ਵੀ ਕੀ ਚਰਚ ਨੂੰ ਦੇਣਾ ਚਾਹੀਦਾ? ਇਸ ਲਈ ਕਿ ਉਸੇ ਪੁਆਇੰਟ 'ਤੇ ਆ ਰਹੇ ਹਾਂ ਕਿ ਜਦੋਂ ਲਾਵੀਆਂ ਨੂੰ ਤੇ ਕੋਈ ਜਾਇਦਾਦ ਦੇ ਵਿੱਚ ਹਿੱਸਾ ਨਹੀਂ ਸੀ, ਖੁਦਾ ਨੇ ਕਿਹਾ ਉਹ ਇਸੇ 10% ਤੋਂ ਜਾਂਦੇ ਸੀ। ਹੁਣ ਜਦੋਂ ਲਾਵੀਆਂ ਕੋਲ ਪੈਸਾ ਆਉਂਦਾ ਸੀ, ਕਾਹਿਨਾਂ ਕੋਲ ਆਉਂਦਾ ਸੀ, ਉਹ ਉਹਦੇ ਉੱਤੇ ਫਿਰ 10% ਵਾਪਸ ਕਰ ਦਿੰਦੇ ਸਨ। ਜ਼ਖੀਰਾ ਖਾਨਾ ਯਾਨੀ ਸਟੋਰ ਹਾਊਸ ਦੇ ਵਿੱਚ। ਹਾਂਜੀ, ਤੇ ਮਤਲਬ ਕਿ ਚਰਚ ਨੂੰ ਇਸ ਲਈ ਦੇਣਾ ਚਾਹੀਦਾ ਹੈ ਕਿ ਜਿਹੜਾ ਪੈਸਾ ਕਲੀਸਿਆ ਦੇ ਰਹੀ ਹੈ ਜਾਂ ਆ ਰਿਹਾ ਹੈ, ਉਹਦੇ ਤੇ ਉਹਨਾਂ ਨੂੰ ਵੀ ਫਰਜ਼ ਹੈ ਕਿ ਉਹ ਵੀ ਦੇਣ। ਹਾਂ, ਚਰਚ ਨੂੰ ਵੀ ਮਤਲਬ ਅੱਗੇ ਹੋਰ ਦੇਣਾ ਚਾਹੀਦਾ ਹੈ। ਤੇ ਹੁਣ ਗੱਲ ਇਹ ਹੈ ਕਿ ਸਵਾਲ ਪੈਦਾ ਹੁੰਦਾ ਜੀ, ਹੁਣ ਕਿਹੜੇ ਕਾਹਿਨ ਕਿਹੜੇ ਨੇ? ਹਾਂਜੀ, ਪ੍ਰਕਾਸ਼ ਦੀ ਪੋਥੀ ਦਾ ਬੁੱਕ ਆਫ ਰੈਵਲੇਸ਼ਨ, ਮੁਕਾਸ਼ਵਾ 1:6 ਤੇ ਰੈਵਲੇਸ਼ਨ ਜਾਂ ਮੁਕਾਸ਼ਵਾ ਜਾਂ ਪ੍ਰਕਾਸ਼ ਦੀ ਪੋਥੀ 5:10 ਦੇ ਵਿੱਚ ਹਰ ਮਸੀਹੀ ਜਿਹੜਾ ਹੈ ਉਹ ਪ੍ਰੋਹਤ ਹੈ, ਉਹ ਪ੍ਰੀਸਟ ਹੈ, ਠੀਕ ਹੈ। ਉਹ ਪ੍ਰੀਸਟ ਹੈ, ਚੀਫ ਪ੍ਰੀਸਟ ਜਿਹੜਾ ਉਹ ਸਾਡਾ ਯਿਸੂ ਹੈ। ਇਸੇ ਲਈ ਪੌਲ ਇਹ ਕਹਿ ਰਿਹਾ ਹੈ ਕਿ ਹੁਣ ਯਿਸੂ ਜਿਹੜਾ ਹੈ ਉਹ ਚੀਫ ਪ੍ਰੀਸਟ ਹੈ ਜਿਹੜਾ ਸਦਾ ਲਈ ਜਿਉਂਦਾ ਹੈ। ਕਿਉਂਕਿ ਇਹ ਜਿਹੜੇ ਲਾਵੀ ਨੇ, ਇਹ ਗੱਲ ਠੀਕ ਹੈ ਕਿ ਮਲਾਕਾਈ ਬੁੱਕ ਲੇਵੀਜ਼ ਨੂੰ ਵੀ ਤੇ ਹੋਰਾਂ ਨੂੰ ਵੀ ਚੇਤਾਵਨੀ ਦੇਣ ਲਈ ਜਾਂ ਦੱਸਿਆ ਗਿਆ ਸੀ ਕਿ ਬਈ ਤੁਸੀਂ ਢਿੱਲੇ ਹੋ ਗਏ ਹੋ, ਤੁਸੀਂ ਨਹੀਂ ਇਹ ਕੰਮ ਕਰ ਰਹੇ, ਤੁਸੀਂ ਚੋਰ ਹੋ, ਫਲਾਣਾ। ਔਰ ਇਸੇ ਤਰੀਕੇ ਨਾਲ ਇਹ ਜਦੋਂ ਕਹਾਣਤ ਪ੍ਰਭੂ ਯਿਸੂ ਮਸੀਹ 'ਤੇ ਆ ਗਈ ਹੈ ਤੇ ਹੁਣ ਤੇ ਉਹਦਾ ਚਰਚ ਨੂੰ ਸੇਮ ਉਹ ਪ੍ਰੀਸਟ ਨੇ, ਸਾਰੇ ਪ੍ਰੀਸਟ ਨੇ, ਠੀਕ ਹੈ।
ਲੇਕਿਨ ਚੀਫ ਪ੍ਰੀਸਟ ਯਿਸੂ ਹੈ ਜਿਹੜਾ ਸਦਾ ਤੱਕ ਰਹੇਗਾ। ਇਹ ਮਸਲਾ ਹੱਲ ਕਰਨ ਲਈ ਹਾਂਜੀ ਜੀ ਹਾਂ ਓਕੇ ਜੀ ਦੇਣੀ ਚਾਹੀਦੀ ਦੇਣਾ ਚਾਹੀਦਾ। ਅੱਛਾ ਜੀ ਮੈਂ ਕੋਸ਼ਿਸ਼ ਕਰਦੇ ਹਾਂ ਟਾਈਦ ਕਈ ਵਾਰ ਆਪਾਂ ਜਦੋਂ ਕਹਿੰਦੇ ਟਾਈਦ ਦੇਣੇ ਚਾਹੀਦੇ ਟਾਈਦ ਨੂੰ ਪੁਰਾਣੇ ਨੇਮ ਦੇ ਨਾਲ ਮੂਸਾ ਦੇ ਨਾਲ ਜੋੜ ਕੇ ਫਿਰ ਉਹ ਕੈਂਸਲ ਕਰ ਦਿੱਤਾ ਜਾਂਦਾ। ਮਤਲਬ ਤਾਂ ਹੈਗਾ ਦੇਣਾ ਚਾਹੀਦਾ ਔਰ ਦਸਵੰਧ ਤਾਂ ਬਹੁਤ ਜਿਹੜਾ 10ਵਾਂ ਹੈਗਾ ਟਾਈਦ ਹੈ ਉਹ ਤਾਂ ਬਿਲਕੁਲ ਥੋੜ੍ਹਾ ਜਿਹਾ ਹੀ ਇੰਨਾ ਗਿਆ ਵੱਧ ਤੋਂ ਵੱਧ ਖੁੱਲ੍ਹ ਨਹੀਂ ਦੇਣਾ ਚਾਹੀਦਾ 10% ਤੋਂ ਵੀ ਜ਼ਿਆਦਾ ਦੇਣਾ ਚਾਹੀਦਾ। ਮੇਰਾ ਫਿਰ ਇਹ ਸਵਾਲ ਅੱਛੀ ਜਗ੍ਹਾ ਮੇਨ ਸਵਾਲ ਜੀ ਕੋਈ ਜੇ ਚਰਚਿਸ ਇਹੋ ਜਿਹੇ ਵੀ ਹੈਗੇ ਅਪੀਚ ਕਰਦੇ ਤੁਸੀਂ ਇੰਟਰਨੈਟ 'ਤੇ ਬਹੁਤ ਚੀਜ਼ਾਂ ਸੁਣਨ ਨੂੰ ਮਿਲਦੀਆਂ ਹੈਗੀਆਂ ਕੋਈ ਕਹਿੰਦੇ ਨਹੀਂ ਦੇਣਾ ਚਾਹੀਦਾ ਉਹ ਨਾ ਹੀ ਤੁਸੀਂ ਮੰਗੋ ਨਾ ਹੀ ਗਾਹਾਂ ਦਿਓ ਹਾਂਜੀ ਨਾ ਹੀ ਚਰਚ ਨੂੰ ਦੇਣਾ ਚਾਹੀਦਾ ਨਾ ਹੀ ਕਿਸੇ ਨੂੰ ਦੇਣਾ ਚਾਹੀਦਾ ਕੁਛ ਹੈ ਨਾ। ਅਤੇ ਫਿਰ ਜਿਹੜੀ ਇਹੋ ਜਿਹੀ ਡਾਕਟਰੀ ਚਰਚ ਸੇਮ ਪੇਜ 'ਤੇ ਨਹੀਂ ਹੈਗਾ ਕੁਛ ਚਰਚ ਦੇ ਵਿੱਚ ਕਹਿੰਦੇ ਹੈਗੇ ਨਹੀਂ ਦੇਣਾ ਚਾਹੀਦਾ ਨਹੀਂ ਲੈਣਾ ਚਾਹੀਦਾ ਨਾ ਅੱਗੇ ਗਾਹਾਂ ਦਿਓ ਅਤੇ ਇਹੋ ਜਿਹੇ ਡਿਫਰੈਂਟ ਜਿਹੜੇ ਮਤਭੇਦ ਹੁੰਦੇ ਆ ਉੱਥੇ ਚਰਚ ਦੇ ਵਿੱਚ ਕੀ ਸਿਚੁਏਸ਼ਨ ਕੀ ਹਾਲਾਤ ਹੁੰਦੇ ਆ? ਦੇਖੋ ਜੀ ਸਭ ਤੋਂ ਪਹਿਲੇ ਕਿ ਚਰਚ ਹੈਗਾ ਕੀ ਹੈ? ਯਿਸੂ ਚੀਫ ਪ੍ਰੀਸਟ ਹੈ ਸਰਦਾਰ ਕਾਇਨ ਹੈ ਉਹ ਅਸੀਂ ਕੌਣ ਆ ਅਸੀਂ ਕਾਇਨ ਆ ਜਿਹੜੀ ਵਰਸਿਸ ਮੈਂ ਦੱਸੀਆਂ ਨੇ ਹਾਂਜੀ ਕਿ ਅਸੀਂ ਕਾਇਨ ਆ। ਪਤਰਸ ਵਿੱਚ ਲਿਖਿਆ ਤੁਸੀਂ ਜਾਜਕਾਂ ਦੀ ਮੰਡਲੀ ਤੇ ਪ੍ਰੋਹਤੋ ਯਾਨੀ ਕਾਇਨ ਫਿਰਕਾ ਵਾਂ ਅਸੀਂ। ਸੋ ਚਰਚ ਕੋਲ ਆ ਰਿਹਾ ਪੈਸਾ ਕਾਇਨਾਂ ਕੋਲ ਹੀ ਆਉਂਦਾ ਲਾਭੀਆਂ ਠੀਕ ਹੈ ਤੇ ਉਹਦੇ ਵਿੱਚ ਕੋਈ ਹਰਜ ਨਹੀਂ ਉਹ ਤੇ ਅਸੀਂ ਉਹਨੂੰ ਦੇ ਰਹੇ ਹਾਂ ਚਰਚ ਨੂੰ ਦੇ ਰਹੇ ਹਾਂ। ਚੀਫ ਪ੍ਰੀਸਟ ਯਿਸੂ ਹੈ ਉਹਦੀ ਬਾਡੀ ਹਰ ਚਰਚ ਦੇ ਵਿੱਚ ਉਹਨੂੰ ਡਿਸਟ੍ਰੀਬਿਊਟ ਹੋ ਰਿਹਾ ਹੈ ਪੈਸਾ ਤੇ ਉਹਨਾਂ ਨੂੰ ਦੇਣਾ ਚਾਹੀਦਾ। ਠੀਕ ਹੈ ਅੱਛਾ ਜੀ ਇੱਕ ਦੋ ਸਵਾਲ ਹੋਰ ਹੈਗੇ ਜੀ ਫਿਰ ਉਸ ਤੋਂ ਬਾਅਦ ਹੋਰ ਵੀ ਨਿਕਲ ਦੇਖਾਂਗੇ ਜੀ। ਤੇ ਕੀ ਅੱਜ ਕੱਲ੍ਹ ਜੂਸ ਵੀ ਹੁਣ ਜਿੱਦਾਂ ਹੁਣ ਉਹ ਮੰਦਰ ਤਾਂ ਹੈ ਨਹੀਂ ਗਾ ਉਹਨਾਂ ਦਾ ਜਿਹੜਾ ਮੇਨ ਅਤੇ ਕੀ ਉਹ ਅੱਜ ਕੱਲ੍ਹ ਨਹੀਂ ਦੇ ਰਹੇ ਟਾਈਪ ਜਾਂ ਕੁਛ ਇਹੋ ਜਿਹਾ ਕੁਛ ਨਹੀਂ ਦੇ ਰਹੇ ਉਹਨਾਂ ਦਾ ਬੰਦ ਹੋ ਗਿਆ? ਦੇਖੋ ਜੀ ਜਿਸ ਤਰ੍ਹਾਂ ਅਸੀਂ ਨਹਿਮੀਆਂ 13 ਬਾਬ ਵਿੱਚ ਦੇਖਿਆ ਸੀ ਹੈ ਜੀ ਕਿ ਯਹੂਦੀਆਂ ਨੇ ਉਹ ਜ਼ਿਆਦਾਤਰ ਪਤਾ ਕੀ ਲਾਅ ਤੇ ਰਿਚੁਅਲਸ ਜਾਂ ਰੀਤੀ ਰਿਵਾਜ 'ਚ ਫਸ ਗਏ ਸਨ ਅਤੇ ਨਹਿਮੀਆਂ ਨੇ ਵੇਖਿਆ ਕਿ ਇਹ ਕੀ ਕਰਨ ਦੇ ਨੇ ਕਿਉਂਕਿ ਲੋਕ ਟਾਈਥ ਨਹੀਂ ਸਨ ਦੇ ਰਹੇ ਅਤੇ ਉਹ ਲਾਵੀ ਜਿਹੜੇ ਸਨ ਉਹ ਚਲੇ ਗਏ ਸਨ ਖੇਤਾਂ 'ਚ ਅਤੇ ਫਸਲਾਂ ਵੀ ਉਗਾਉਂਦੇ ਸਨ ਅਤੇ ਉਹਨੇ ਫਿਰ ਦਬਾਅ ਪਾਇਆ ਕਿ ਇਹ ਦਿਓ। ਸੋ ਕਹਿਣ ਦਾ ਮਤਲਬ ਇਹ ਵੇ ਕਿ ਤੁਹਾਡਾ ਸਵਾਲ ਕੀ ਹੈ ਇਹਦੇ ਵਿੱਚ ਵੀ ਅੱਜ ਕੱਲ੍ਹ ਕਿਹਾ ਜਾਂਦਾ ਵੀ ਹੁਣ ਟੈਂਪਲ ਤਾਂ ਹੈ ਨਹੀਂ ਗਾ ਜੂਸ ਹੁਣ ਨਹੀਂ ਦਿੰਦੇ ਜੂਸ ਕਿੱਥੇ ਦੇਣ ਹੁਣ ਅੱਜ ਕੱਲ੍ਹ ਨਹੀਂ ਦੇ ਰਹੇ ਹੈਗੇ। ਅੱਛਾ ਹੁਣ ਦੇਖੋ ਨਾ ਹੁਣ ਗੱਲ ਤਾਂ ਇਹ ਹੀ ਹੈ ਕਿ ਅਸੀਂ ਜਿਊਜ਼ ਦੀ ਠੀਕ ਹੈ ਲੇਕਿਨ ਉਹ ਸਿਨੇਗੋਗਸ ਤੇ ਹੈ ਨੇ ਕਿ ਨਹੀਂ ਨੇ? ਉਹ ਤਾਂ ਸਾਰੇ ਦੁਨੀਆ ਜਿੱਥੇ ਹੈਗੇ ਠੀਕ ਹੈ ਉਹ ਉੱਥੇ ਆਪਣਾ ਜੋ ਵੀ ਇਹ ਦੇ ਰਹੇ ਹੋਣਗੇ ਮਤਲਬ ਦੇ ਰਹੇ ਹੋਣਗੇ ਸਿਨੇਗੋਗਸ ਕਿੱਥੇ ਤੇ ਉਹਨਾਂ ਇਬਾਦਤ ਕਰਨੀ ਹੈ। ਬਿਲਕੁਲ ਹੁਣ ਚੱਲਦੀਆਂ ਆ ਚੱਲਦੇ ਨੇ ਉਹ ਤਾਂ ਹੀ ਕੁਝ ਦਿੰਦੇ ਚੱਲਦੇ ਯਾ ਬਿਲਕੁਲ। ਸੋ ਸਿਨੇਗੋਗ ਜਿਹੜੇ ਨੇ ਨਾ ਆਰਥੋਡਾਕਸ ਇਹ ਜਿਹੜੇ ਨੇ ਇਹਨੂੰ ਸ਼ੋਲ ਕਹਿੰਦੇ ਨੇ SHUL ਸ਼ੋਲ ਮਤਲਬ ਇੱਕ ਤਰੀਕਾ ਦਾ ਟੈਂਪਲ ਨੂੰ ਹੀ ਲੈਂਦੇ ਨੇ ਆਰਥੋਡਾਕਸ ਜਿਹੜੇ ਜਿਊਜ਼ ਨੇ ਇਸ ਲਈ ਉਹ ਸਾਰਾ ਪੈਸਾ ਉੱਥੇ ਆਪਣਾ ਦੇ ਰਹੇ ਹੋਣਗੇ ਜਿਹਦੇ ਨਾਲ ਉਹਨਾਂ ਦੇ ਖਰਚੇ ਚੱਲਦੇ ਨੇ ਔਰ ਇਸ ਲਈ ਇਹ ਗਰੀਬਾਂ ਦੀ ਦਾਇਕੀ ਵੀ ਇੱਕ ਹੈਗੀ ਹੈ। ਗਰੀਬਾਂ ਦੀ ਦਾਇਕੀ ਟਾਈਟਿੰਗ ਦੱਸੋ ਜੀ ਕਿੰਨੇ ਤਰ੍ਹਾਂ ਦੀ ਹੈ? ਔਰ ਟਾਈਟਿੰਗ 3 ਤਰੀਕੇ ਦੀ ਹੈ ਦੇਖੋ ਵਚਨ ਵਿੱਚ ਲਿਖਿਆ ਹੈ ਠੀਕ ਹੈ ਹਾਂਜੀ। ਇਹ ਟਾਈਟਿੰਗ ਦੀਆਂ ਕਿਸਮਾਂ ਮੈਂ ਤੁਹਾਨੂੰ ਦੱਸ ਦੇਣਾ ਅਤੇ ਨਾਲ ਨੋਟ ਕਰ ਲਓ। ਨੰਬਰ 1 ਕਿ ਲੇਵੀਆਂ ਨੂੰ ਦਿੱਤੀ ਜਾਂਦੀ ਸੀ ਇਹ ਬਾਈਬਲ ਵਿੱਚ ਲਿਖਿਆ ਹੈ ਨੰਬਰਸ ਗਿਣਤੀ 18 ਦੀ 21 ਤੋਂ 24 18 ਦੀ 21 ਤੋਂ 24 ਗਿਣਤੀ ਆ ਹਾਂਜੀ। ਇਹ ਸਾਲ ਦੇ ਵਿੱਚ ਇੱਕ ਮਰਤਬਾ ਜਿਹੜੀ ਸੀ ਉਹ ਲੇਵੀਆਂ ਨੂੰ ਦਿੱਤੀ ਜਾਂਦੀ ਸੀ ਹਾਂਜੀ ਠੀਕ ਹੈ। ਕਿਹਨਾਂ ਨੂੰ ਦਿੱਤੀ ਜਾਂਦੀ ਸੀ? ਲਾਵੀਆਂ ਨੂੰ ਹਾਂਜੀ ਅੱਛਾ ਇਹਨੂੰ ਕਹਿੰਦੇ ਸਨ ਲਿਵਿਟਿਕਲ ਟਾਈਡਿੰਗ ਹਾਂਜੀ ਠੀਕ ਹੈ। ਔਰ ਇਹ ਕਾਹਦੇ 'ਤੇ ਹੁੰਦੀ ਸੀ? ਇਹ ਪੁਰਾਣੀ ਗੱਲ ਕਰ ਰਹੇ ਹਾਂ ਅਸੀਂ ਫਸਲਾਂ 'ਤੇ ਹੁੰਦੀ ਸੀ ਜਾਂ ਜਿਹੜੇ ਡੰਗਰ ਵੱਛੇ ਲਾਈਫ ਸਟਾਕ ਜਿਹੜੇ ਹੁੰਦੇ ਸਨ ਡੰਗਰ ਵੱਛਿਆਂ 'ਤੇ ਹੁੰਦੀ ਸੀ ਔਰ ਇਹ ਜਿਹੜੀ ਇਸਰਾਈਲ ਵਿੱਚ ਪੈਦਾ ਹੁੰਦੇ ਸਨ ਠੀਕ ਹੈ ਜਾਨਵਰਾਂ ਅਤੇ ਉਹਨਾਂ ਦੀ ਫਸਲਾਂ ਉੱਤੇ ਜਿਸ ਤਰ੍ਹਾਂ ਵੀ ਔਰ ਇਹ ਇਸ ਲਈ ਉਹਨਾਂ ਨੂੰ ਦਿੱਤੀ ਜਾਂਦੀ ਸੀ ਕਿ ਇਹ ਉਹਨਾਂ ਦੀ ਇੱਕ ਕੰਪਲਸੇਸ਼ਨ ਹੁੰਦੀ ਸੀ ਕਿਉਂਕਿ
ਉਹਨਾਂ ਨੂੰ ਇਹ ਲੰਮੀ ਗੱਲ ਹੈ ਕਿ ਉਹਨਾਂ ਨੂੰ ਜਾਇਦਾਦ ਕੋਈ ਨਹੀਂ ਮਿਲਦੀ ਸੀ, ਇਹ ਨਹੀਂ, ਇਹਦੇ ਨਾਲ ਉਹ ਉਹਨਾਂ ਦਾ ਗੁਜ਼ਾਰਾ ਚੱਲਦਾ ਸੀ। ਹਾਂਜੀ, ਖਿਦਮਤ ਖੁਦਾ ਦੇ, ਇਹ ਮੁਆਵਜ਼ਾ ਹੁੰਦਾ ਸੀ ਇੱਕ ਕਿਸਮ ਦਾ, ਉਹਨਾਂ ਨੂੰ ਦਿੱਤਾ ਜਾਂਦਾ ਸੀ। ਠੀਕ ਹੈ। ਉਸ ਤੋਂ ਬਾਅਦ ਆ ਜਾਂਦੀ ਸੀ ਕਿ ਟਾਈਥ ਆਫ ਫੀਸਟ, ਹੈ ਨਾ, ਯਾਨੀ ਕਿ ਈਦਾਂ ਦੀ ਦਾਇਕੀ। ਇਹ ਸਤਿਸ਼ਨਾ ਡਿਟੋਰਨਮੀ ਬਵਸਤਾ ਸਾਰ 14 ਦੀ 22 ਤੋਂ 27 ਦੇ ਵਿੱਚ ਇਹ ਸੀ ਕਿ ਜਿਹੜੇ ਦਾਇਕੀ ਇਕੱਠੇ ਕਰਦੇ ਸਨ ਫੈਮਿਲੀ ਵਾਲੇ, ਉਹ ਖੁਦਾ ਉਹਨਾਂ ਨੂੰ ਦੱਸਦਾ ਸੀ ਕਿ ਇਹ ਤੁਸਾਂ ਖੁਦ ਖਾਣੀ ਹੈ, ਤੇ ਦੱਸਦਾ ਸੀ ਕਿੱਥੇ ਖਾਣੀ। ਅੱਛਾ ਅੱਛਾ, ਉਹ ਖੁਦ, ਅੱਛਾ, ਮਤਲਬ ਪਰਿਵਾਰ ਆਪੇ ਹੀ ਆਪਣੇ ਲਈ ਇਕੱਠਾ ਕਰਦੇ। ਹਾਂਜੀ, ਉਹ ਕਦੋਂ ਕਦੋਂ ਹੁੰਦੀ ਸੀ? ਪਹਿਲੇ, ਦੂਸਰੇ, ਚੌਥੇ ਤੇ ਪੰਜਵੇਂ ਸਾਲ ਦੇ ਵਿੱਚ ਉਹ ਮਨਾਈ ਜਾਂਦੀ ਸੀ। ਠੀਕ ਹੈ। ਈਦਾਂ ਦੀ ਦਾਇਕੀ। ਠੀਕ ਹੈ। ਕਿਹੜੇ ਕਿਹੜੇ ਸਾਲ, ਮਤਲਬ ਹਰੇਕ ਸਾਲ ਨਹੀਂ ਸੀਗਾ ਹੁੰਦਾ? ਨਹੀਂ, ਉਹ ਹਰ ਪਹਿਲੇ, ਦੂਸਰੇ, ਚੌਥੇ ਤੇ ਪੰਜਵੇਂ ਸਾਲ। ਪਹਿਲੇ, ਦੂਜੇ, ਚੌਥੇ। ਇਹ ਈਦ ਜਿਹੜੀ ਸੀ ਨਾ, ਇੱਕ ਤਰੀਕੇ ਦੀ ਸੀ, ਇਹਨੂੰ ਕਹਿੰਦੇ ਸਨ ਕਿ ਨੈਸ਼ਨਲ ਡੇ ਆਫ ਸੈਲੀਬ੍ਰੇਸ਼ਨ ਦੇ ਤੌਰ ਤੇ। ਖੁਦਾ ਕਹਿੰਦਾ ਤੁਹਾਡਾ ਵੀ ਹੱਕ ਪੈਂਦਾ ਹੈ, ਕਿੱਥੇ ਯੂਜ਼ ਕਰਨਾ ਹੈ ਉਹ ਗਾਈਡ ਕਰਦਾ ਸੀ। ਕਿੱਥੇ ਜਾ ਕੇ ਤੁਸੀਂ ਇਹਨੂੰ ਖਾ ਸਕਦੇ ਹੋ, ਖੁਦ ਯੂਜ਼ ਕਰ ਸਕਦੇ ਹੋ। ਸੋ ਲਿਹਾਜ਼ਾ ਅੱਛਾ ਜੀ, ਖੁਦ ਪਰਿਵਾਰ ਆਪਣੇ ਲਈ ਸੇਵ ਕਰਕੇ, ਆਪਣੇ ਉਹ ਬਚਾ ਕੇ, ਤੇ ਉਹ ਕਿਤੇ ਜਾ ਕੇ ਉਹ ਸੈਲੀਬ੍ਰੇਟ ਕਰਦੇ ਸੀ। ਸੈਲੀਬ੍ਰੇਟ, ਜਿਹਨੂੰ ਇਹਨੂੰ ਕਹਿ ਲਓ ਨੈਸ਼ਨਲ ਡੇ ਆਫ ਸੈਲੀਬ੍ਰੇਸ਼ਨ ਕਹਿ ਲਓ, ਯਾਨੀ ਕਿ ਇੱਕ ਕੌਮੀ ਜਸ਼ਨ ਦੇ ਤੌਰ ਤੇ ਵੀ ਇਹ ਮਨਾਈ ਜਾਂਦੀ ਸੀ। ਯਾਰ ਇਹਦਾ ਸਤਿਸ਼ਨਾ ਡਿਟੋਰਨਮੀ 12 ਦੀ 5 ਤੋਂ 7 ਦੇ ਵਿੱਚ ਵੀ ਇਹ ਇਸ ਦੇ ਵਿੱਚ, ਇਹ ਕਿਹੜੀ ਅਸੀਂ ਦਸੀ ਹੈ? ਈਦਾਂ ਦੀ ਦਾਇਕੀ। ਇਹ ਦੇਣ ਵਾਲੇ ਆਪ ਹੀ ਖਾਂਦੇ ਸੀ। ਟਾਈਥ ਆਫ ਫੀਸਟ। ਹਾਂਜੀ, ਠੀਕ ਹੈ। ਇੱਕ ਤਰ੍ਹਾਂ ਦੀ ਉਹ, ਹਾਂਜੀ, ਛੁੱਟੀਆਂ ਕੱਟਣ ਜਾਂ ਹਾਂਜੀ, ਉਹਨਾਂ ਨੂੰ ਫੈਸਟੀਵਲ ਕਿਤੇ ਇੰਜੋਏ ਕਰਨ ਵਾਲਾ। ਇੰਜੋਏ ਉਹ ਰੱਬ ਪਾਉਂਦਾ ਨਾ, ਇਸ ਤਰ੍ਹਾਂ ਹੀ ਪਾਕ ਨੂੰ ਸਾਡੇ ਦਿਲਾਂ 'ਚ ਵੀ ਪਾਏਗਾ। ਸੋ ਪਹਿਲੇ, ਦੂਸਰੇ, ਚੌਥੇ ਤੇ ਪੰਜਵੇਂ ਸਾਲ ਦੇ ਵਿੱਚ ਮਨਾਈ ਜਾਂਦੀ ਸੀ ਉੱਥੇ। ਤੀਸਰਾ ਜਿਹੜਾ ਹੈ ਗਰੀਬਾਂ ਦੀ ਦਾਇਕੀ, ਦੀ ਟਾਈਥ ਆਫ ਦਾ ਪੂਰ। ਇਹ ਬਵਸਤਾ ਸਾਰ ਡਿਟੋਰਨਮੀ ਸਤਿਸ਼ਨਾ 14 ਦੀ 28 ਆਇਤ ਤੇ 29 ਆਇਤ। ਠੀਕ। ਇਹ ਦਾਇਕੀ 7 ਸਾਲਾ ਸਰਕਲ ਦੇ ਵਿੱਚ ਹੁੰਦੀ ਸੀ, ਯਾਨੀ 2 ਦਫਾ ਦਿੱਤੀ ਜਾਂਦੀ ਸੀ। 7 ਸਾਲ ਦੇ ਸਰਕਲ ਹੀ 2 ਦਫਾ, ਯਾਨੀ ਹਰ 3 ਸਾਲ ਬਾਅਦ। ਅੱਛਾ, ਹਰ 7 ਸਾਲ ਬਾਅਦ ਨਹੀਂ, ਹਰ 3 ਸਾਲ। ਹਾਂ, ਯਾਨੀ 7 ਸਾਲਾ ਸਰਕਲ ਦੇ ਵਿੱਚ 2 ਦਫਾ ਦਿੱਤੀ ਜਾਂਦੀ ਸੀ ਨਾ, ਤੀਸਰੇ ਤੇ ਛਠੇ ਸਾਲ ਵਿੱਚ। ਠੀਕ ਹੈ। 7 ਸਾਲਾਂ ਵਿੱਚੋਂ ਤੀਸਰੇ ਤੇ ਛਠੇ ਸਾਲ ਦੇ ਵਿੱਚ, ਯਾਨੀ ਹਰ 3 ਸਾਲ ਬਾਅਦ ਕਰ ਲਓ। ਇਹ ਹੁਣ ਇਹਨਾਂ ਸ਼ਾਮਲ ਕੌਣ ਹੁੰਦੇ ਸਨ? ਇੱਕ ਤੇ ਉਹ ਸਨ ਜਿਹੜੇ ਲਾਵੀ ਸਨ, ਦੂਜੇ ਵਿਡੋਜ਼ ਹੁੰਦੀਆਂ ਸਨ, ਬੇਵਾਵਾਂ, ਮਤਲਬ ਇਹਨਾਂ ਨੂੰ ਦਿੱਤੀ ਜਾਂਦੀ ਸੀ। ਹਾਂ, ਹਰ 3 ਸਾਲ ਤੋਂ ਬਾਅਦ, ਯਾਨੀ ਲਾਵੀ ਹੁੰਦੇ ਸਨ ਜਿਹੜੇ ਤੁਸੀਂ ਫਾਦਰਲੈਸ ਨਹੀਂ ਹੁੰਦੇ, ਯਤੀਮ ਲੋਕ, ਉਹ ਹੁੰਦੇ ਸਨ। ਤੇ ਫਿਰ ਜਿਹੜੇ ਪਰਦੇਸੀ ਸਨ ਨਾ, ਜਿਹੜੇ ਜਿਨ੍ਹਾਂ ਨੂੰ ਕਹਿ ਲਓ ਸਟ੍ਰੇਂਜਰਸ, ਜਿਹੜੇ ਪਰਦੇਸੀ ਹੈ, ਗੈਰ ਲੋਕ, ਉਹਨਾਂ ਲਈ ਹੁੰਦੀ ਸੀ। ਅੱਛਾ, ਇਹ ਸ਼ਹਿਰ ਦੇ ਫਾਟਕਾਂ ਤੋਂ ਬਾਹਰ ਨਹੀਂ ਸੀ ਜਾਂਦੀ, ਯਾਨੀ ਜ਼ਖੀਰਾ ਖਾਨਾ ਤੇ ਉੱਥੇ ਇਹ ਇਨਸਾਈਡ ਜਾਂਦੀ ਸੀ। ਮੀਨਸ ਕਿ ਸਿਨੇਗੋਗਸ ਦੇ ਵਿੱਚ ਇਹ ਇਕੱਠੀ ਹੁੰਦੀ ਹੋਣੀ ਹੈ ਨਾ, ਤਾਂ ਕਿ ਇਹ ਸ਼ਹਿਰ ਤੋਂ ਬਾਹਰ ਨਹੀਂ ਸੀ ਜਾਂਦੀ। ਹੁਣ ਸ਼ਹਿਰ ਦੇ ਵਿੱਚ ਯੂਜ਼ ਕਰਿਆ, ਜਿਸ ਤਰ੍ਹਾਂ ਵੈਨਕੂਵਰ ਵਿੱਚ ਇੱਥੇ ਸਿਨੇਗੋਗਸ ਨੇ, ਇਹ ਨੇ, ਤੇ ਜਿਸ ਤਰ੍ਹਾਂ ਉਦੋਂ ਵੀ ਇਹ ਸੀ ਕਿ ਇਹ ਯਰੂਸ਼ਲਮ ਨਹੀਂ ਸਨ ਜਾਂਦੀ, ਇਹ ਗਰੀਬਾਂ ਲਈ। ਇਹ ਉੱਥੇ ਹੀ ਯਰੂਸ਼ਲਮ ਦੀ ਜਿਹੜਾ ਸਟੋਰ ਹਾਊਸ ਸੀ ਉਹਦੇ 'ਚ ਨਹੀਂ ਸੀ ਘੱਲੀ ਜਾਂਦੀ। ਇਸ ਦਾ ਮਤਲਬ ਕੀ ਹੋ ਗਿਆ? ਗਰੀਬਾਂ ਦੀ ਦਾਇਕੀ, ਜਿਨ੍ਹਾਂ 'ਚ ਇਹ ਵੀ ਲੋਕ ਸ਼ਾਮਲ ਨੇ, ਇਹ ਸਾਰੇ ਜਿਹੜੇ ਦੱਸੇ ਨੇ ਅਸੀਂ, ਇਹ ਇਹਨਾਂ ਨੂੰ ਦਿੱਤੀ ਜਾਂਦੀ ਸੀ। ਇਹ ਉੱਧਰ ਨਹੀਂ ਸੀ ਜਾਂਦੀ, ਯਰੂਸ਼ਲਮ ਦੀ ਹੈਕਲ ਵਿੱਚ ਉਹ ਦਿੰਦੇ ਸਨ ਨਾ, ਸਿਨੇਗੋਗਸ ਵਿੱਚ ਤਾਂ ਹੀ। ਹਾਂ, ਮਤਲਬ ਜਿਹੜੇ ਆਪੋ ਆਪਣੇ ਸ਼ਹਿਰ ਦੇ ਵਿੱਚ ਵੀ ਗਰੀਬ ਲੋਕੀ ਰਹਿੰਦੇ ਹੋਊਗੇ, ਵਿਧਵਾਵਾਂ, ਉਹਨਾਂ ਨੂੰ ਦਿੱਤੀ ਜਾਂਦੀ ਸੀ। ਹਾਂਜੀ, ਥਰੂ ਸਿਨੇਗੋਗ ਦੇ ਥਰੂ। ਹਾਂਜੀ, ਇਹਦਾ ਮਤਲਬ ਉੱਥੇ ਦਿੰਦੇ ਸਨ। ਠੀਕ ਹੈ।
ਇਹ ਫਿਰ ਅੱਛਾ ਉਹ ਸਿੱਧੇ ਨਹੀਂ ਸੀ ਦਿੰਦੇ, ਸਿਨੇਗੋਗ ਨੂੰ ਦਿੰਦੇ ਸੀ, ਸਿਨੇਗੋਗ ਅੱਗੇ ਦਿੰਦੀ ਸੀ। ਨਹੀਂ ਤੇ ਉਹ ਇੱਕ ਨਿਜ਼ਾਮ ਹੁੰਦਾ ਹੈ ਨਾ, ਆਰਗੇਨਾਈਜੇਸ਼ਨ ਹੁੰਦੀ ਹੈ। ਜਿੱਥੇ ਕੋਈ ਆਰਗੇਨਾਈਜੇਸ਼ਨ ਨਹੀਂ ਉੱਥੇ ਤੇ ਉਹ ਲॉलेसनेस ਹੈ ਨਾ, ਯਾਨੀ ਕੋਈ ਕਾਨੂੰਨ ਨਹੀਂ ਹੈ। ਇਸ ਲਈ ਇਹ ਕਹਿ ਰਹੇ ਹਾਂ ਕਿ ਸਿਨੇਗੋਗਸ ਵਿੱਚ ਅੱਜ ਵੀ ਉਹ ਦੇਣ ਦੇ ਨੇ, ਲੇਕਿਨ ਲਾਵੀ ਠੀਕ ਹੈ, ਅਸੀਂ ਕਹਿੰਦੇ ਹਾਂ ਲਾਵੀ ਤੇ ਨਹੀਂ ਨੇ ਔਰ ਉਹ ਵੀ ਨਹੀਂ ਨੇ, ਲੇਕਿਨ ਲਾਵੀ ਜਿਹੜੇ ਨੇ ਹੁਣ ਕਹਿਣ ਦਾ ਮਤਲਬ ਵੀ ਉਹਨਾਂ ਦੇ ਜਿਹੜੇ ਆਪਣੇ ਇਹ ਜਿਹੜਾ ਨਿਜ਼ਾਮ ਚਲਾਉਂਦੇ ਨੇ ਜਿਹੜੇ ਲਾਵੀ ਜਾਂ ਉਹਨਾਂ ਨੇ 10 ਲੋਕਾਂ 13 ਲੋਕਾਂ ਵਿੱਚ ਉਹ ਲਾਜ਼ਮੀ ਗੱਲ ਹੈ ਕਿ ਫੱਕੀ ਫਰੀ ਸੀ ਸਨ। ਫੱਕੀ ਇਹਦਾ ਮਤਲਬ ਜੀ ਅੱਜ ਦੇ ਨਜ਼ਰੀਏ ਦੇ ਨਾਲ ਆਪਾਂ ਇਸ ਤਰ੍ਹਾਂ ਦੇਖ ਸਕਦੇ ਹੈਗੇ ਆ, ਜੇ ਉਹ ਆਪਣੇ ਸ਼ਹਿਰ ਵਿੱਚ ਹੀ ਆਪਾਂ ਐਜ਼ ਚਰਚ ਤੇ ਮਸੀਹ ਦਾ ਬਦਲ ਕਰਕੇ ਉਹੀ ਚੀਜ਼ਾਂ ਅੱਜ ਆਪਾਂ ਕਿਸ ਤਰ੍ਹਾਂ ਕਰਦੇ। ਅੱਜ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਗਰੀਬ ਲੋਕੀ ਆ, ਜਿਹੜੇ ਲੋੜਵੰਦ ਲੋਕੀ ਆ, ਜਿਹੜੇ ਹੋਮਲੈਸ ਆ, ਭੁੱਖੇ ਗਰੀਬ, ਉਹਨਾਂ ਨੂੰ ਅਸੀਂ ਮਦਦ ਕਰਨੀ ਚਾਹੀਦੀ ਆ ਚਰਚ ਦੇ ਨਾਲ ਰਿਲੇਟਡ, ਕਿਉਂਕਿ ਅਗਰ ਉਹੀ ਤੁਸੀਂ ਲੈਂਦੇ ਹੋ ਤੇ ਉਹ ਕੀ ਕਹਿੰਦੇ ਸਨ, ਆਪਣੇ ਸ਼ਹਿਰਾਂ ਮੁਹੱਲਿਆਂ 'ਚ ਦਾਇਕੀ ਲੈਂਦੇ ਸਨ ਤੇ ਇਸਤੇਮਾਲ ਕਰਦੇ ਸਨ। ਅੱਜ ਆਪਣੇ ਸ਼ਹਿਰਾਂ 'ਚ ਇਹ ਦੇਖੋ ਇਹ ਵੀ ਹੈ ਇੱਥੇ ਜਿਹੜੇ ਆਪਣੇ ਸ਼ਹਿਰ। ਹਾਂਜੀ, ਆਪਣਾ ਚਰਚ ਜੀ ਪੰਜਾਬੀ ਮਸੀਹ ਚਰਚ ਆਪਾਂ ਇੱਥੇ ਦਿੰਦੇ ਹੈਗੇ ਆ ਜੀ ਗਰੀਬਾਂ ਨੂੰ, ਭੁੱਖਿਆਂ ਨੂੰ। ਠੀਕ ਹੈ, ਇਸੇ ਤਰੀਕੇ ਨਾਲ ਇੰਡੀਆ, ਪਾਕਿਸਤਾਨ, ਦੁਨੀਆ ਦੇ ਹਰ ਇਲਾਕਿਆਂ ਵਿੱਚ ਚਰਚਿਜ਼ ਵਿੱਚ ਇਹ ਅਗਰ ਇਹ ਦਾਇਕੀ ਚਲੋ ਲੇਵੀਆਂ ਦੀ ਵੀ ਨਹੀਂ, ਹੋਰ ਕਿਹੜੀ ਸੀ, ਉਹ ਆਪਣੇ ਲਈ ਵੀ ਤੁਸੀਂ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ, ਲੇਕਿਨ ਤੇ ਚਰਚ ਵਿੱਚ ਜਾਏ ਜਿਹਦੇ ਵਿੱਚ ਜਿਹੜੇ ਖਿਦਮਤ ਕਰਦੇ ਨੇ ਚਰਚ ਵਿੱਚ ਹੈ ਜੀ, ਉਹਨਾਂ ਲਈ, ਬੇਵਾਵਾਂ ਲਈ, ਯਤੀਮਾਂ ਲਈ, ਫਾਦਰਲੈਸ ਤੇ ਜਿਹੜੇ ਨੇ ਕੀ ਕਹਿ ਲਓ ਗੈਰ ਲੋਕ ਵੀ ਆ ਜਾਂਦੇ ਨੇ ਸਾਡੇ ਕੋਲ, ਮਤਲਬ ਸਟ੍ਰੇਂਜਰਸ, ਉਹਨਾਂ ਲਈ ਵੀ ਇਹ ਇੱਕ ਸਿਸਟਮ ਚਰਚ ਵਿੱਚ ਜ਼ਰੂਰ ਇਹ ਪੈਸਾ ਜਿਹੜਾ ਆਉਂਦਾ ਹੈ ਚਰਚ ਕੋਲ, ਜਿਹਦੇ ਉੱਤੇ ਉਹ ਦਸਵੰਧ ਦਿੰਦੇ ਨੇ, ਤੇ ਬਾਕੀ ਜਿਹੜਾ ਪੈਸਾ ਹੈ ਇਹਨਾਂ ਸਿਸਟਮਸ ਲਈ ਯੂਜ਼ ਕਰਨਾ ਚਾਹੀਦਾ ਹੈ। ਜਿਹੜੇ ਚਰਚ ਦੇ ਲੋਕ ਨੇ ਹੈ ਨਾ, ਚਰਚ ਵਿੱਚ ਗਰੀਬ ਲੋਕ ਪਹਿਲੇ ਤੇ ਆਪਣਿਆਂ ਦਾ ਹੱਕ ਬਣ ਰਹੇ ਨੇ। ਬਿਲਕੁਲ ਇਹ ਸਿਸਟਮ ਜਿਹੜਾ, ਇਸ ਲਈ ਇਹ ਮੌਜੂਦਾ ਚਰਚਿਸ ਵਿੱਚ ਜੋ ਆਉਂਦਾ ਹੈ ਉਹ ਜ਼ਿਆਦਾਤਰ ਇਹ ਟਾਈਪ ਦੇ ਵਿੱਚ ਮੂਵ ਕਰ ਰਹੇ ਹੁੰਦੇ ਨੇ, ਜਿਹੜੇ ਗਰੀਬਾਂ ਦੀ ਟਾਈਪ। ਅੱਜ ਆਪਾਂ ਇਹ ਤਿੰਨੇ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਆਪਾਂ ਦੇਖ ਕੇ, ਇਹ ਆਪਾਂ ਅੱਜ ਦੇ ਸਮਾਜ ਦੇ ਵਿੱਚ ਵੀ ਇਹਨਾਂ ਚੀਜ਼ਾਂ ਦੀ ਲੋੜ ਹੈਗੀ ਆ, ਗਰੀਬਾਂ ਦੀ ਮਦਦ ਦੀ ਲੋੜ ਹੈਗੀ ਆ, ਉਹਨਾਂ ਦੀ ਮਦਦ ਹੋਣੀ ਚਾਹੀਦੀ ਆ, ਚਰਚ ਦੇ ਨੂੰ ਮਿਲੇ ਤਾਂ ਕਿ ਚਰਚ ਦੇ ਜਿਹੜੇ ਚਰਚ ਦਾ ਕੰਮ ਚੱਲ ਸਕੇ, ਚਰਚ ਦੇ ਪਾਸਟਰ ਸਾਰਾ ਮੈਨੇਜਮੈਂਟ ਖਰਚੇ ਚਰਚ ਦੇ ਪੂਰੇ ਹੋ ਸਕਣ, ਉਸ ਕਰਕੇ ਦੇਣੀ ਚਾਹੀਦੀ ਹੈਗੀ ਆ। ਹਾਂਜੀ, ਤੇ ਬਾਕੀ ਹੈਗੀ ਆ ਆਹ ਜਿਹੜੀ ਫੀਸਟ ਆਫ ਟਾਈਥ ਆਫ ਫੀਸਟ। ਹਾਂਜੀ, ਇਸ ਨੂੰ ਅੱਜ ਆਪਾਂ ਜੇ ਦੇਖੀਏ ਕਿਸ ਤਰ੍ਹਾਂ ਇਹ ਲਾਗੂ ਕਰਾਂਗੇ ਐਜ਼ ਏ ਪਰਿਵਾਰ, ਉਹ ਪਰਿਵਾਰ ਨੇ ਖੁਦ ਹੀ ਯੂਜ਼ ਕਰਨੀ ਹੈ। ਹਾਂਜੀ ਜੀ, ਉਹ ਖੁਦਾ ਦੇ ਵਿੱਚ ਪਾਉਂਦਾ ਹੈ। ਹਾਂਜੀ, ਕਿਉਂਕਿ ਖੁਦਾ ਨਹੀਂ ਚਾਹੁੰਦਾ ਕਿ, ਖੁਦਾ ਇਹ ਵੀ ਚਾਹੁੰਦਾ ਹੈ ਕਿ ਆਪਣੇ ਤੇ ਵੀ ਲਾਓ, ਲੇਕਿਨ ਖੁਦਾ ਦੱਸੇਗਾ ਕਿ ਮਤਲਬ ਚੁਣਦਾ ਸੀ ਕਿ ਖੁਦ ਵੀ ਖਾਓ, ਹੈ ਨਾ। ਤੇ ਪਹਿਲੇ, ਦੂਸਰੇ, ਚੌਥੇ ਤੇ 5ਵੇਂ ਸਾਲ ਦੇ ਵਿੱਚ ਇਹ ਵੀ ਹੈਗੀ ਹੈ। ਜਾਣਾ ਚਾਹੀਦਾ ਹੈ ਤੁਹਾਨੂੰ ਟੂਰਾਂ ਤੇ, ਜਾਂ ਵਾਈ ਨਾਟ ਆਪਣੀ ਫੈਮਿਲੀ ਨੂੰ ਵੀ, ਫੈਮਿਲੀ ਦਾ ਵੀ ਖਿਆਲ ਰੱਖੋ ਉਹਨਾਂ ਨੂੰ। ਸੋ ਇਹ ਚੀਜ਼ਾਂ ਤੇ ਡਿਪੈਂਡ ਕਰਦੀਆਂ ਨੇ ਕਿ ਚਰਚ ਨੂੰ ਕਰਨੀਆਂ ਚਾਹੀਦੀਆਂ। ਠੀਕ ਹੈ, ਅਗਰ ਮੇਨ ਤੁਹਾਡਾ ਜਿਹੜਾ ਵੀ ਕਿਸੇ ਚਰਚ ਦਾ ਮੇਨ ਆਫਿਸ ਹੁੰਦਾ ਹੈ ਜਾਂ ਕੀ ਕਹਿ ਲਓ ਆਰਗੇਨਾਈਜੇਸ਼ਨ, ਉਹਨੂੰ ਵੀ ਦਿਓ, ਉੱਥੋਂ ਵੀ ਇਹ ਚੀਜ਼ਾਂ ਬੇਸਿਕਲੀ ਡਿਸਟਰੀਬਿਊਟ ਹੋਣੀਆਂ ਚਾਹੀਦੀਆਂ ਨੇ। ਔਰ ਉਹ ਚਰਚਿਸ ਜਿਹੜੇ ਦਿੰਦੇ ਨੇ, ਜਿਸ ਤਰ੍ਹਾਂ ਕੋਈ ਵੀ ਮਿਸ਼ਨ ਦੇ ਅੰਡਰ ਕੰਮ ਕਰਦੇ ਨੇ, ਉਹਨਾਂ ਨੂੰ ਆਪਣੀ ਡਿਮਾਂਡ ਦਿੰਦੇ ਨੇ, ਉਹ ਉੱਥੋਂ ਮੇਨ ਤੋਂ ਉਹਨਾਂ ਦੀ ਵੀ ਪੂਰੀ ਹੋਣੀ ਚਾਹੀਦੀ ਹੈ, ਜਾਂ ਮੁਨਾਸਬ ਸਮਝਦੇ ਨੇ ਤੇ ਚਰਚ ਵਾਲੇ ਖੁਦ ਵੀ ਇਸ ਨੂੰ ਯੂਜ਼ ਕਰਦੇ ਨੇ ਇਹਨਾਂ ਮਕਸਦ ਲਈ। ਹਾਂਜੀ, ਤੇ ਕਈ ਵਾਰੀ ਇਹ ਵੀ ਕਿਹਾ ਜਾਂਦਾ ਜੀ ਚਰਚ, ਆਪਣਾ ਚਰਚ ਤਾਂ ਮੇਰਾ ਖਿਆਲ ਹੈ ਇੰਨੀ ਨਹੀਂ ਗੱਲ ਕਰਦਾ ਹੈਗਾ ਪੈਸੇ ਦੇ ਬਾਰੇ, ਵੀ ਕਈ ਕਹਿੰਦੇ ਚਰਚ ਉਹ ਪੈਸੇ ਦੀ ਬਹੁਤ ਗੱਲ ਕਰਦੇ ਆ, ਪੈਸੇ ਦੀ ਗੱਲ। ਹਾਂਜੀ ਯਾਰ ਗੱਲ ਇਹਦੇ ਵਿੱਚ ਚਰਚ ਦੇ ਫਾਇਦੇ ਲਈ ਆ, ਸਾਡੇ ਫਾਇਦੇ ਲਈ ਆ। ਦੇਖੋ ਜੀ, ਸਿੱਧੀ ਜੀ ਗੱਲ ਇੱਕ ਮੈਂ ਦੱਸਾਂ, ਖੁਦਾ ਦਾ ਕੰਮ ਪੈਸਿਆਂ ਬਗੈਰ ਵੀ ਨਹੀਂ ਜੇ ਚੱਲਦਾ। ਹਾਂਜੀ, ਹੁਣ ਸਨਸ਼ਿਪ ਕੀ ਹੈਗੀ ਹੈ, ਉਹ ਸਨਸ਼ਿਪ ਦੇ ਵਿੱਚ ਅਸੀਂ
ਵਿੱਚ ਇਹ ਚੀਜ਼ਾਂ ਕਰਾਂਗੇ, ਦਸਵੰਧ ਦਾਂਗੇ, ਆਫਰਿੰਗ ਦਾਂਗੇ, 4-5 ਕਿਸਮ ਦੀਆਂ ਨੇ, ਉਹ ਫਿਰ ਲੰਮਾ ਕੇਸ ਹੈ, ਹਦੀਏ, ਨਜ਼ਰਾਨੇ, ਸ਼ੁਕਰਾਨੇ, ਇਹ ਉਹ ਇਹ ਤੇ ਕਰਨੇ ਨੇ। ਹੁਣ ਇਹ ਵੇਖ ਕੇ ਸਭ ਤੋਂ ਪਹਿਲੇ ਸਾਡਾ ਆਪਣੇ ਜਿਹੜੇ ਮੈਂਬਰ ਹੈਗੇ ਨੇ ਉਹਨਾਂ ਦਾ ਹੱਕ ਇੱਥੇ ਪੈਂਦਾ ਹੈ, ਕਿਸੇ ਹੋਰ ਜਗ੍ਹਾ ਨਹੀਂ ਪੈਂਦਾ। ਉਹ ਇੱਥੇ ਦੇਣ ਜਿੱਥੋਂ ਉਹਨਾਂ ਨੂੰ ਬਰਕਤ ਮਿਲਦੀ ਹੈ। ਬਿਲਕੁਲ ਜੀ। ਨਾਲੇ ਇਹ ਤਾਂ ਹੈਗਾ ਇਕੱਲਾ ਚਰਚ ਦੇ ਖਰਚੇ ਦੇ ਲਈ ਨਹੀਂ ਹੈਗੀ, ਉਹਦੇ ਨਾਲ ਜਿਹੜਾ ਦੇਣ ਵਾਲਾ ਉਹਨੂੰ ਵੀ ਬਲੈਸਿੰਗ ਮਿਲਦੀ, ਉਹਦਾ ਵੀ ਭਲਾ ਆ, ਉਹਦੇ ਫਾਇਦੇ ਲਈ ਹੈਗੀ ਆ। ਉਹ ਤਾਂ ਖੁਦਾ ਦਾ ਮਤਲਬ ਹੈ, ਉਹ ਕਿਹਨੂੰ ਦੇ ਰਿਹਾ ਹੈ? ਉਹ ਕਿਸੇ ਪਾਸਟਰ ਨੂੰ ਨਹੀਂ ਦੇ ਰਿਹਾ, ਉਹ ਯਿਸੂ ਨੂੰ ਦੇ ਰਿਹਾ ਹੈ। ਬਿਲਕੁਲ ਜੀ। ਯਿਸੂ ਚੀਫ ਪ੍ਰੀਸਟ ਹੈ, ਔਰ ਜਿਹੜਾ ਚਰਚ ਹੈ ਉਹਦੇ ਅੰਗ ਨੇ, ਉਹ ਫਿਰ ਅੱਗੇ ਉਸ ਦੇ ਮੁਤਾਬਿਕ ਯੂਜ਼ ਕਰਦੇ ਨੇ। ਅਸਲੀ ਇਹਦੇ 'ਚ ਕੋਈ ਵੈਸੇ ਇੰਨੀ ਕਨਫਿਊਜ਼ਨ ਵਾਲੀ ਗੱਲ ਕੋਈ ਨਹੀਂ, ਸਿੱਧਾ ਸਿੱਧਾ ਖੁਦਾ ਦਾ ਅਸੂਲ ਹੈ ਜਿਹੜਾ ਚੱਲਿਆ ਆ ਰਿਹਾ ਹੁਣ ਤੱਕ ਹੈ ਤੇ ਆਂਦਾ ਵੀ ਰਹੇਗਾ, ਤੇ ਕਿਉਂ ਅਸੀਂ ਇਹ ਚੀਜ਼ਾਂ ਰੱਖ ਕੇ ਤੇ ਨਾ ਦਈਏ। ਹਾਂਜੀ। ਅੱਛਾ, ਇੱਕ ਹੋਰ ਹੈ ਜੀ, ਤੇ ਆਪਾਂ ਹੁਣ ਇੱਥੇ ਕੈਨੇਡਾ ਦੇ ਵਿੱਚ ਰਹਿੰਦੇ ਹਾਂ, ਇੱਥੇ ਬਹੁਤ ਸਾਰੇ ਸਾਡੇ ਭੈਣ ਭਰਾ ਉਹ ਵੱਖਰੇ ਵੱਖਰੇ ਦੇਸ਼ਾਂ ਤੋਂ, ਇੰਡੀਆ, ਪਾਕਿਸਤਾਨ, ਹੋਰ ਫੀਜੀ, ਵੱਖਰੇ ਵੱਖਰੇ ਦੇਸ਼ਾਂ ਤੋਂ ਇੱਥੇ ਆਏ ਹੋ ਆ। ਉੱਥੇ ਵੀ ਉਹ ਚਰਚ ਦੇ ਨਾਲ ਕਨੈਕਟਡ ਸੀਗੇ, ਤੇ ਬਹੁਤ ਸਾਰੇ ਫਿਰ ਉੱਥੇ ਵੀ ਭੇਜਦੇ ਹੈਗੇ, ਦਿੰਦੇ ਹੈ, ਪਰ ਉੱਥੇ ਦਿੰਦੇ ਹੈਗੇ, ਪਰ ਹੁਣ ਉਹ ਇੱਥੇ ਆ ਰਹੇ ਆ। ਦਸਵੰਧ ਦਿੰਦੇ ਜਾਂ ਪੈਸੇ, ਦਸਵੰਧ, ਟਾਈਡਿੰਗ, ਫਾਈਨੈਂਸ਼ੀਅਲੀ ਪੈਸੇ ਉੱਥੇ ਭੇਜਦੇ ਹੈਗੇ ਆ। ਤੇ ਕੀ ਮਤਲਬ ਉਹਨਾਂ ਦੀ ਜਿੱਥੋਂ ਹੁਣ ਇੱਥੇ ਉਹਨਾਂ ਨੂੰ ਰੂਹਾਨੀ ਖੁਰਾਕ ਇੱਥੇ ਮਿਲ ਰਹੀ ਹੈਗੀ ਆ, ਇੱਥੇ ਦੇਣਾ ਚਾਹੀਦਾ ਜਾਂ ਉੱਥੇ ਦੇਣਾ ਚਾਹੀਦਾ? ਕਿਸ ਤਰ੍ਹਾਂ ਇਹ ਠੀਕ ਹੈ? ਕੋਈ ਸਿੱਧੀ ਜੀ ਗੱਲ ਹੈ, ਉਹ ਬੰਦਾ ਕਿਸੇ ਚਰਚ ਦਾ ਇਸੇ ਲਈ ਮੈਂਬਰ ਬਣਿਆ ਹੈ ਕਿ ਉਹਨੇ ਵੇਖਿਆ ਕਿ ਇਹ ਅੱਛਾ ਚਰਚ ਹੈ, ਠੀਕ ਹੈ। ਹੁਣ ਚਰਚ ਦਾ ਕੀ ਕੰਮ ਹੈ? ਚਰਚ ਉਹਨਾਂ ਦੀ ਗਮੀ, ਖੁਸ਼ੀ, ਫਿਜ਼ੀਕਲ, ਸਪਿਰਿਚੁਅਲ, ਹਰ ਤਰੀਕੇ ਨਾਲ ਉਹ ਮਦਦ ਕਰਦਾ ਹੈ, ਠੀਕ ਹੈ। ਸੋ ਉਹਨਾਂ ਨੂੰ ਇੱਥੇ ਦੇਣਾ ਚਾਹੀਦਾ ਹੈ। ਸਟੋਰ ਰੂਮ ਉਹਨਾਂ ਦਾ ਹੀ ਹੈ। ਮਿਸਾਲ ਦੇ ਤੌਰ ਤੇ ਪਿੱਛੋਂ ਜਿੱਥੋਂ ਵੀ ਆਏ ਨੇ, ਖੁਦਾ ਉਹਨਾਂ ਨੂੰ ਵੀ ਬਰਕਤ ਦੇ, ਲੇਕਿਨ ਅਗਰ ਵਕਤੀ ਤੌਰ ਤੇ ਜ਼ਰੂਰਤ ਪੈਂਦੀ ਹੈ ਤੇ ਮੈਨੂੰ ਦੱਸੋ ਕਿ ਉਹ ਹੁਣ ਜੇ ਟਾਇਥ ਹੀ ਅਸੀਂ ਉੱਧਰ ਦੇ ਰਹੇ ਹਾਂ ਤੇ ਫਿਰ ਉਹ ਪਾਸਟਰ ਆਣ ਕੇ ਜਾਂ ਉਹ ਚਰਚੇਜ਼ ਆਣ ਕੇ ਸਾਡੀ ਮਦਦ ਨਹੀਂ ਕਰਨਗੇ, ਜਿਹੜੇ ਮੌਜੂਦ ਨੇ ਉਹ ਕਰਨਗੇ, ਠੀਕ ਹੈ। ਸੋ ਲਿਹਾਜ਼ਾ ਟਾਇਥ ਦਾ ਹੀ ਹੈ ਕਿ ਉੱਥੇ ਜਿੱਥੇ ਤੁਹਾਨੂੰ ਰੂਹਾਨੀ ਬਰਕਤ ਮਿਲਦੀ ਹੈ, ਜਿੱਥੇ ਖੁਦਾ ਦੇ ਕੰਮ ਜਾਂ ਖੁਸ਼ਖਬਰੀ ਦੇ ਲਈ ਕੰਮ ਹੋ ਰਹੇ ਨੇ, ਤਾਂ ਉੱਥੇ ਹੀ ਪਾਓ। ਉੱਦਾਂ ਤਾਂ ਹਾਂ, ਅਗਰ ਉਹਨਾਂ ਨੂੰ ਦੇਣਾ ਹੈ ਤੇ ਆਪਣੇ ਟਾਇਥ ਤੋਂ ਇਲਾਵਾ ਤੁਸੀਂ ਜ਼ਰੂਰ ਉੱਥੇ ਵੀ ਦੇ ਸਕਦੇ ਹੈਗੇ। ਬਿਲਕੁਲ ਜੀ। ਜਿਸ ਚਰਚ ਦੇ ਨਾਲ ਰੱਬ ਨੇ ਜੋੜਿਆ, ਜਿਸ ਪਰਿਵਾਰ ਦੇ, ਮਸੀਹੀ ਪਰਿਵਾਰ ਦੇ ਨਾਲ ਰੱਬ ਨੇ ਜੋੜਿਆ ਹੈਗਾ, ਆਪਾਂ ਉਸ ਪਰਿਵਾਰ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਉਸ ਤੋਂ ਇਲਾਵਾ ਮਦਦ ਕਰੋ, ਲੇਕਿਨ ਹੋਰ ਜਿਹੜੇ ਆਪਣੇ ਖਰਚਿਆਂ ਨੂੰ ਘੱਟ ਕਰਕੇ ਉਹਨਾਂ ਨੂੰ ਦੇ ਦਿਓ, ਲੇਕਿਨ ਇਹ ਉੱਥੇ ਦਿਓ। ਜ਼ਖੀਰਾ ਖਾਨਾ ਇਹ ਹੀ ਬਣਦਾ ਹੈ, ਤੁਹਾਡਾ ਚਰਚ ਬਣਦਾ ਹੈ, ਉੱਥੇ ਇਹ ਸਟੋਰ ਹਾਊਸ। ਬਿਲਕੁਲ ਜੀ। ਕੀ ਆਪਾਂ ਚਰਚ 'ਤੇ ਯਕੀਨ ਕਰ ਸਕਦੇ ਹੈਗੇ ਆ ਵੀ ਸਾਡੇ ਪੈਸੇ ਅਸੀਂ ਚਰਚ ਨੂੰ ਦੇ ਰਹੇ ਹੈਗੇ ਆ, ਉਹ ਸਹੀ ਤਰੀਕੇ ਦੇ ਨਾਲ ਇਸਤੇਮਾਲ ਹੋ ਰਹੇ ਹੈਗੇ ਆ, ਜਾਂ ਉਹਦਾ ਕਿਸ ਤਰ੍ਹਾਂ ਇਸਤੇਮਾਲ ਹੋ ਰਿਹਾ ਹੈਗਾ? ਦੇਖੋ ਜੀ, ਦਰਖਤ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਹੈ। ਬਿਲਕੁਲ ਜੀ। ਜੇ ਉਸ ਚਰਚ ਵਿੱਚ ਰੂਹਾਂ ਨਹੀਂ ਜਿੱਤੀਆਂ ਜਾ ਰਹੀਆਂ, ਦੇਖੋ ਨਾ, ਹੁਣ ਬੀਜ ਬੀਜਣੇ ਵਾਲਾ ਇਹ ਤੇ ਵੇਖ ਲੈਂਦਾ ਨਾ ਕਿ ਗਰਾਊਂਡ ਚੰਗੀ ਹੈ ਜਿੱਥੇ ਮੈਂ ਬੀਜ ਰਿਹਾ, ਸੋ ਲਿਹਾਜ਼ਾ ਉਹ ਕੰਮ ਨਜ਼ਰ ਆਉਣੇ ਚਾਹੀਦੇ ਨੇ। ਚਰਚੇ 'ਚ ਪਤਾ ਲੱਗਦਾ ਕਿ ਬਈ ਕੋਈ ਐਵੈਂਜਲਿਜ਼ਮ ਹੋ ਰਿਹਾ, ਰੂਹਾਂ ਜਿੱਤੀਆਂ ਜਾ ਰਹੀਆਂ ਨੇ, ਮੇਨ ਇਹ ਹੀ ਹੈ, ਮਤਲਬ ਗ੍ਰੇਟ ਕਮਿਸ਼ਨ ਜਾਂ ਅਰਸ਼ਾਦ ਆਜ਼ਮ ਇਹ ਹੀ ਹੈ। ਜੇ ਰੂਹਾਂ ਜਿੱਤੀਆਂ ਜਾ ਰਹੀਆਂ ਨੇ, ਹੁਣ ਮਿਸਾਲ ਦੇ ਤੌਰ ਤੇ ਅਗਰ ਉਹੀ ਪੈਸਾ ਚਰਚ ਇਸ ਕੰਮ ਤੇ ਨਹੀਂ ਲਾ ਰਿਹਾ, ਕੇਸ ਚੱਲ ਰਹੇ ਨੇ, ਅਦਾਲਤਾਂ 'ਚ ਕੇਸ ਚੱਲ ਰਹੇ ਨੇ, ਉਹ ਪੈਸਾ ਉੱਥੇ ਯੂਜ਼ ਹੋ ਰਿਹਾ ਹੈ, ਜਾਂ ਜਿੱਥੇ ਕੋਈ ਗਰੋਥ ਨਹੀਂ ਹੋ ਰਹੀ, ਤੇ ਉੱਥੇ ਤੇ ਫਿਰ ਇਹ ਸੋਚਣਾ ਪੈਂਦਾ ਹੈ ਕਿ ਬਈ ਇੱਥੇ ਦਿਆਂਗੇ ਤੇ ਇਸੇ ਕੰਮ ਲਈ ਲੱਗੇ ਨੇ। ਉੱਥੇ ਫਿਰ ਇੱਕ ਸੋਚਣੇ ਦੀ ਗੱਲ ਆ ਜਾਂਦੀ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ। ਜੇ ਦੇਖ ਰਹੇ ਨੇ ਗਰੋਥ ਹੋ ਰਹੀ ਹੈ, ਲੋਕ ਯਿਸੂ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰ ਰਹੇ ਨੇ ਔਰ ਕੁਝ ਪ੍ਰੋਗਰੈਸ ਹੈਗੀ ਹੈ, ਤੇ ਉੱਥੇ ਫਿਰ ਲੋਕ ਖੁਸ਼ੀ ਨਾਲ ਉਹਨਾਂ ਨੂੰ ਦੇਣਾ ਚਾਹੀਦਾ ਔਰ ਦੇ। ਲੇਕਿਨ ਅਗਰ ਇੱਥੇ ਰਹਿ ਰਹੇ ਨੇ ਤੇ ਇਸ ਚਰਚ ਹੀ ਦੇਣ ਜਿੱਥੇ ਦੇ ਮੈਂਬਰ ਨੇ, ਜਿੱਥੋਂ ਬਰਕਤ ਉਹਨਾਂ ਨੂੰ ਰੂਹਾਨੀ, ਦੁਨਿਆਵੀ ਔਰ ਹਰ ਕਿਸਮ ਦੀ ਗਮੀ ਖੁਸ਼ੀ 'ਚ ਵੀ ਚਰਚ ਉਹਨਾਂ ਦੇ ਨਾਲ ਟੁਰਦਾ ਹੈ,
ਤੇ ਇਸ ਤੋਂ ਵੱਡੀ ਗੱਲ ਕੀ ਹੈ, ਜਦੋਂ ਕਿ ਹੋਰ ਜਗ੍ਹਾ ਅਗਰ ਅਸੀਂ ਟਾਈਪ ਦਿੰਦੇ ਹਾਂ ਤੇ ਉਹਦੇ ਨਹੀਂ ਸਾਡੀ ਇਹਨਾਂ ਚੀਜ਼ਾਂ 'ਚ ਮਦਦ ਕਰ ਸਕਦੇ। ਬਿਲਕੁਲ ਜੀ। ਔਰ ਬਾਕੀ ਚਰਚ ਦੇ ਵਿੱਚ ਕਿਸ ਤਰ੍ਹਾਂ ਇਸਤੇਮਾਲ ਹੋ ਰਿਹਾ, ਕਿਸ ਤਰ੍ਹਾਂ ਹੋਣਾ ਚਾਹੀਦਾ, ਉਹ ਜਿਹੜਾ ਦੇ ਰਿਹਾ ਉਸਦਾ ਹੱਕ ਬਣਦਾ ਹੈ ਜਾਣਨਾ, ਸਮਝਣਾ ਔਰ ਗਾਈਡ ਕਰਨਾ, ਸਲਾਹ ਦੇ ਨਾਲ ਚੱਲਣਾ। ਔਰ ਹਰ ਇੱਕ ਦਾ ਹੱਕ ਹੈ ਵੀ ਉਹ ਪੁੱਛ ਸਕਦਾ ਹੈ ਮੇਰੇ ਪੈਸੇ ਕਿਸ ਤਰ੍ਹਾਂ ਕਿੱਥੇ ਇਸਤੇਮਾਲ ਹੋ ਰਹੇ ਆ ਔਰ ਸਹੀ ਤਰੀਕੇ ਦੇ ਨਾਲ ਇਸਤੇਮਾਲ ਹੁੰਦੇ ਆ। ਇਸੇ ਲਈ ਚਰਚਿਜ਼ ਵਿੱਚ ਇਹ ਜਿਹੜੀ ਤੁਹਾਡੀ ਸਟੇਟਮੈਂਟਸ ਹੁੰਦੀਆਂ ਨੇ ਉਹ ਹਰ ਮਹੀਨੇ ਦੀ ਲਾ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਉਹ ਦੇਖ ਸਕਣ। ਨਾਲੇ ਇਹ ਇਜਾਜ਼ਤ ਚਰਚਿਜ਼ ਨੇ ਦਿੱਤੀ ਹੁੰਦੀ ਹੈ, ਕੋਈ ਮੈਂਬਰ ਵੀ ਕਿਸੇ ਟਾਈਮ ਆਣ ਕੇ ਚੈੱਕ ਕਰ ਸਕਦਾ ਹੈ। ਸੋ ਇਹ ਹੋਣਾ ਚਾਹੀਦਾ ਹੈ ਕਿ ਜਿਹੜੀ ਸਟੇਟਮੈਂਟਸ ਨੇ ਜਾਂ ਕੀ ਹੋਇਆ ਹੈ ਇੱਥੇ ਨੇ। ਬਿਲਕੁਲ ਜੀ। ਆਪਣੇ ਚਰਚ ਦੇ ਵਿੱਚ, ਆਪਣੀ ਚਰਚ ਦੇ ਵਿੱਚ ਇਸ ਤਰ੍ਹਾਂ ਹੈਗਾ ਸਿਸਟਮ ਵੀ ਇੱਦਾਂ ਹੀ ਨਹੀਂ ਹੈਗਾ ਇੱਕ ਜਣਾ ਸਾਈਨ ਕਰਕੇ ਇੱਕ ਜਣਾ ਡਿਸਾਈਡ ਕਰ ਲਏਗਾ ਵੀ ਕਿੱਥੇ ਪੈਸੇ ਲੱਗਣੇ ਆ। ਉਹ ਪੂਰਾ ਬੋਰਡ, ਡੀਕਨਸ, ਸਾਰੇ ਜਾਣੇ ਇਕੱਠੇ ਹੋ ਕੇ ਜਿਹੜੇ ਬੋਰਡ ਨਹੀਂ ਚੁਣੇ ਹੋਏ ਆ ਔਰ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਉਹ ਬੈਠ ਕੇ ਡਿਸਾਈਡ ਕਰਦੇ ਹੈਗੇ ਆ ਇਹਨੂੰ ਪੈਸੇ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ। ਇੱਕ ਜਣਾ ਚੁੱਪ ਕਰਕੇ ਆਪੇ ਨਹੀਂ ਚੈੱਕ ਲੈ ਕੇ ਕਰਦੇ ਔਰ ਇਹਦਾ ਹਿਸਾਬ ਉਹਨਾਂ ਨੇ ਦੇਣਾ। ਸਟੂਡਸ਼ਿਪ ਇਹਨੂੰ ਕਹਿੰਦੇ ਨੇ, ਮੁਖਤਾਰ ਹੋਣਾ ਕਿ ਕਿਸ ਤਰੀਕੇ ਨਾਲ ਅਸੀਂ ਖੁਦਾ ਦਾ ਪੈਸਾ ਇਸਤੇਮਾਲ ਕਰ ਰਹੇ ਹਾਂ, ਵੇਸਟ ਕਰ ਰਹੇ ਹਾਂ ਜਾਂ ਇਨਵੈਸਟ ਕਰ ਰਹੇ ਹਾਂ, ਔਰ ਆਪਣਾ ਵੀ ਪੈਸਾ ਜਾਂ ਕਿਸੇ ਦੇ ਬਿਹਾਫ ਤੇ ਸਾਨੂੰ ਪੈਸਾ ਮਿਲਿਆ, ਇਹ ਸਾਰੀ ਚੀਜ਼ਾਂ ਦਾ ਖੁਦਾ ਨੇ ਬਿਲੀਵਰਸ ਜੱਜਮੈਂਟ ਦੇ ਵਿੱਚ ਹਿਸਾਬ ਦੇਣਾ ਹੈਗਾ। ਬਿਲਕੁਲ ਜੀ। ਰੱਬ ਤੋਂ ਡਰ ਕੇ ਉਸ ਤੇ ਗਾਈਡੈਂਸ ਦੇ ਵਿੱਚ ਕਰਕੇ ਸਾਰਾ। ਸੋ ਇੰਨੀ ਫੜਿਆ ਨਹੀਂ ਪੈਣਾ, ਦਿੰਦੇ ਜਾਓ, ਖੁਦਾ ਨੂੰ ਦਿੰਦੇ ਜਾਓ ਤੇ ਖੁਦਾ ਨੂੰ ਬਰਕਤ ਦੇਵੇ। ਠੀਕ ਹੈ ਜੀ, ਆਪਾਂ ਇੱਥੇ ਫਿਨਿਸ਼ ਕਰਦੇ ਹਾਂ ਜੀ ਬਾਈਬਲ ਸਟੱਡੀ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਇਸ ਬਚਨ ਦੇ ਲਈ ਜੋ ਕੁਝ ਵੀ ਬੋਲਿਆ ਗਿਆ, ਪੜ੍ਹਿਆ ਗਿਆ, ਸੁਣਿਆ ਗਿਆ, ਸਮਝਿਆ ਗਿਆ, ਸਾਰੀ ਗੱਲਬਾਤ ਪਰਮੇਸ਼ਰ ਪਿਤਾ ਆਪ ਦੀ ਪਵਿੱਤਰ ਆਤਮਾ ਦੁਆਰਾ ਜੋ ਕੀਤੀ ਗਈ ਸਾਡੇ ਅੰਦਰ ਵਾਸਤੇ ਉਸ 'ਤੇ ਚੱਲੀਏ ਪਰਮੇਸ਼ਰ ਪਿਤਾ। ਔਰ ਜੋ ਵੀ ਉਸ ਨੂੰ ਸੁਣੇ ਬਰਕਤ ਪਾਵੇ ਇਸ ਨਾਲ ਪਰਮੇਸ਼ਰ ਪਿਤਾ। ਹਰ ਇੱਕ ਸੁਣਨ ਵਾਲੇ ਦੀ ਰੂਹਾਨੀ ਤਰੱਕੀ ਹੋਵੇ, ਸਪਿਰਿਚੁਅਲ ਤਰੱਕੀ ਹੋਵੇ ਔਰ ਪਰਮੇਸ਼ਰ ਪਿਤਾ ਔਰ ਜ਼ਰੂਰਤਾਂ ਉਹਨਾਂ ਦੀਆਂ ਪੂਰੀਆਂ ਹੋਣ ਪਰਮੇਸ਼ਰ ਪਿਤਾ। ਉਹ ਵੀ ਬੀਜਣ ਆਪ ਦੇ ਘਰ ਦੇ ਵਿੱਚ ਔਰ ਉਹ ਬਹੁਤ ਸਾਰਾ ਫਲ ਲੈ ਕੇ ਆਉਣ ਪਰਮੇਸ਼ਰ ਪਿਤਾ। ਔਰ ਉਹਨਾਂ ਕੋਲ ਰੱਖਣ ਦੇ ਲਈ ਜਗ੍ਹਾ ਨਾ ਮਿਲੇ, ਜਿਸ ਤਰ੍ਹਾਂ ਆਪ ਦੇ ਬਚਨ ਵਿੱਚ ਲਿਖਿਆ ਹੈ, ਮੈਨੂੰ ਅਜ਼ਮਾ ਕੇ ਦੇਖ ਪਰਮੇਸ਼ਰ ਪਿਤਾ। ਅਸੀਂ ਇਸ ਗੱਲ 'ਤੇ ਬਲੀਵ ਕਰਦੇ ਹਾਂ ਔਰ ਇਸ ਬਚਨ 'ਤੇ ਕਲੇਮ ਕਰਦੇ ਹਾਂ ਪਰਮੇਸ਼ਰ ਪਿਤਾ, ਤਾਂ ਕਿ ਅਸੀਂ ਹੋਰ ਵੀ ਵੱਧ ਤੋਂ ਵੱਧ ਦਈਏ ਆਪਣੇ ਕੰਮਾਂ ਦੇ ਲਈ, ਆਪ ਦੇ ਰਾਜ ਦੇ ਲਈ ਪਰਮੇਸ਼ਰ ਪਿਤਾ। ਕਿਉਂਕਿ ਆਪ ਨੇ ਸਾਨੂੰ ਚੁਣ ਲਿਆ ਹੈ, ਆਪ ਦੇ ਪਰਿਵਾਰ ਦੇ ਵਿੱਚ ਅਸੀਂ ਸ਼ਾਮਲ ਹੋ ਗਏ ਹਾਂ ਪਰਮੇਸ਼ਰ ਪਿਤਾ। ਔਰ ਆਪ ਦਾ ਮਕਸਦ, ਆਪ ਦਾ ਕੰਮ ਸਾਡਾ ਕੰਮ ਹੈ ਪਰਮੇਸ਼ਰ ਪਿਤਾ। ਆਪ ਸਾਨੂੰ ਹੋਰ ਵੀ ਵੱਧ ਤੋਂ ਵੱਧ ਇਸਤੇਮਾਲ ਕਰੋ ਆਪ ਦੇ ਰਾਜ ਦੇ ਲਈ ਔਰ ਸਾਰੇ ਭੈਣ ਭਰਾ ਨੂੰ ਦਿਓ ਤਾਂ ਕਿ ਉਹ ਆਪ ਦੇ ਰਾਜ ਦੇ ਲਈ ਆਪਣਾ ਹਿੱਸਾ ਪਾ ਸਕਣ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ।